ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਆਏ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਾਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਮੇਰਾ ਮਨ ਰਾਤਾ ਗੁਣ ਰਾਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਸੁਖ ਸਹਿਜ ਆਵੈ, ਸਾਚ ਭਾਵੈ। ਸਾਚ ਕੀ ਮਤ ਕਿਉ ਟਲੈ, ਇਸਨਾਨ ਦਾਨ ਸੁਗਿਆਨ ਮੱਜਨ। ਆਪ ਅਛਲਿਓ ਕਿਉ ਛਲੈ, ਪਰਪੰਚ ਮੋਹ ਵਿਕਾਰ ਥਾਕੇ। ਕੂੜ ਕਪਟ ਨਾ ਦੋਈ, ਮੇਰਾ ਮਨ ਰਾਤਾ ਗੁਣ ਰਾਵੈ, ਮਨ ਭਾਵੈ ਸੋਈ। ਪਰਪੰਚ ਮੋਹ ਵਿਕਾਰ ਥਾਕੇ, ਕੂੜ ਕਪਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਾਵੈ, ਮਨ ਭਾਵੈ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਜਗਤ ਜਲੰਦੇ ਨੂੰ ਤਾਰਨਹਾਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਮਿਹਰ ਕੀਤੀ, ਕਿਰਪਾ ਕੀਤੀ। ਅੱਜ ਅੰਮ੍ਰਿਤ ਵੇਲੇ ਸਰਬੱਤ ਸੰਗਤਾਂ ਨੂੰ ਸ੍ਰੀ ਮੁਖ ਵਾਕ ਬਖਸ਼ ਕੇ ਨਿਹਾਲ ਕੀਤਾ। ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਉਪਰੰਤ ਇਸ ਸਥਾਨ 'ਤੇ ਆਪ ਸੰਗਤਾਂ ਨੇ ਰਾਗੀ ਜੱਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਹਨ। ਇਹ ਸੁਭਾਗ ਸਮਾਂ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਬਹੁਤ ਸਾਰੀਆਂ ਸਿੱਖ ਸੰਗਤਾਂ ਨੇੜਿਓਂ ਦੂਰੋਂ ਚੱਲ ਕੇ ਸਤਿਗੁਰੂ ਦੇ ਦਰ 'ਤੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਹਨ। ਜਿੱਥੇ ਸਤਿਗੁਰੂ ਦਾ ਸਦਾ ਵਰਤ ਲੱਗਾ ਹੈ, ਦਿਨ ਰਾਤ ਜਦੋਂ ਵੀ ਗੁਰੂ ਕਾ ਸਿੱਖ ਕੋਈ ਆਵੇ, ਮਨ ਦੀਆਂ ਸ਼ੁਭਕਾਮਨਾਵਾਂ ਪੂਰੀਆਂ ਹੁੰਦੀਆਂ।
ਗੁਰਸਿੱਖੀ ਪ੍ਰਾਪਤ ਹੁੰਦੀ ਹੈ, ਮਨ ਦੀ ਚੜ੍ਹਦੀ ਕਲਾ ਹੁੰਦੀ ਹੈ, ਸੇਵਾ ਸਿਮਰਨ ਦਾ ਚਾਅ ਵੱਧਦਾ ਹੈ। ਇਸ ਕਰਕੇ ਸੰਗਤਾਂ ਦੂਰ ਦਰਾਡਿਆਂ ਤੋਂ ਚੱਲ ਕੇ ਆਉਂਦੀਆਂ ਹਨ। ਅੱਜ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰੇ, ਹਰਿਮੰਦਰ ਸਾਹਿਬ ਜੀ ਦਾ ਕੀਰਤਨ, ਪਵਿੱਤਰ ਸਰੋਵਰ ਦਾ ਇਸ਼ਨਾਨ ਦਾ ਲਾਹਾ ਲੈ ਰਹੀਆਂ ਹਨ। ਆਓ ਹੁਣ ਕਥਾ ਦਾ ਸਮਾਂ ਆਇਆ ਹੈ। ਸਰਬੱਤ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਸ਼ੁਭ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾ ਦੇਣ। ਜਗਤ ਜਲੰਦੇ ਨੂੰ ਤਾਰਨਹਾਰ ਸਤਿਗੁਰੂ ਜੀ ਨੇ ਜਿੱਥੇ 4 ਉਦਾਸੀਆਂ ਕੀਤੀਆਂ, ਔਖੀਆਂ ਘਾਟੀਆਂ ਤੇ ਜਾ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਨੂੰ ਤਾਰਨਾ ਕੀਤਾ ਹੈ। ਫਿਰ ਐਸੀ ਵਿਧ ਬਣਾ ਦਿੱਤੀ ਕਿ ਹਮੇਸ਼ਾ ਵਾਸਤੇ ਗੁਰੂ ਕੇ ਸਿੱਖ ਧੁਰ ਕੀ ਬਾਣੀ ਤੋਂ ਲਾਭ ਪ੍ਰਾਪਤ ਲੈਂਦੇ ਰਹਿਣ। ਬਾਣੀ ਨਾਲ ਜੁੜ ਕੇ ਆਪਣੇ ਮਨ ਨੂੰ ਪ੍ਰਬੋਧਨ ਵਾਸਤੇ ਸਤਿਗੁਰੂ ਚਰਨਾਂ ਨਾਲ ਜੁੜਨ, ਕਿਉਂਕਿ ਭਟਕਦੀ ਹੋਈ ਦੁਨੀਆ ਜੋ ਵਹਿਮਾਂ ਭਰਮਾਂ ਦੇ ਵਿੱਚ ਫਸੀ ਹੋਈ ਸੀ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਅਵਤਾਰ ਧਾਰ ਕੇ ਸੰਸਾਰ ਦਾ ਭਲਾ ਕੀਤਾ ਹੈ। ਸੋ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਨੇ, ਉਦੋਂ ਇੱਥੇ ਪਾਪਾਂ ਦੀ, ਵਹਿਮਾਂ ਭਰਮਾਂ ਦੀ ਬੜੀ ਧੁੰਦ ਛਾਈ ਹੋਈ ਸੀ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ, ਜਗ ਚਾਨਣ ਹੋਇਆ। ਪਰ ਜਦੋਂ ਸਤਿਗੁਰੂ ਜੀ ਆ ਕੇ ਪ੍ਰਗਟ ਹੋਏ, ਸਤਿਗੁਰੂ ਜੀ ਆਪ ਰੱਬ ਦਾ ਰੂਪ, ਸੋ ਸਰਗਣ ਸਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਪ੍ਰਗਟ ਹੋਏ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਜੀ ਆਪ ਸੰਸਾਰ ਵਿੱਚ ਆਏ, ਆਪ ਰੱਬ ਨੇ ਆ ਕੇ ਜਗਤ ਨੂੰ ਤਾਰਨਾ ਕੀਤਾ ਹੈ। ਤਾਂਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਤੋਂ ਰੱਬ ਦੀ ਭੇਜੀ ਹੋਈ ਰੱਬੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਸਤਿਗੁਰੂ ਜੀ ਜੋ ਅੱਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ 5 ਛੰਦ ਉਚਾਰਨ ਕੀਤੇ ਹਨ। ਸੋ ਧੰਨ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ 5ਵਾਂ ਛੰਦ ਆਪ ਉਚਾਰਨ ਕਰ ਰਹੇ ਹਨ। ਮੇਰਾ ਮਨ ਰਾਤਾ ਗੁਣ ਰਵੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਇਹ ਜਿਹੜਾ ਮਨ ਹੈ, ਕਿਉਂਕਿ ਸਤਿਗੁਰੂ ਜੀ ਨੇ ਸਾਰੀ ਬਾਣੀ ਉੱਤਮ ਬਖਤਿਆਂ ਦੇ ਰਾਹੀਂ ਉਚਾਰਨ ਕੀਤੀ ਹੈ। ਉੱਤਮ ਬਖਤਾ ਹੁੰਦਾ ਹੈ ਉਪਦੇਸ਼ ਸਭ ਨੂੰ ਦੇਵੇ, ਪਰ ਸੁਬੋਧਨ ਆਪਣੇ ਮਨ ਨੂੰ ਹੋਵੇ, ਸੁਬੋਧਨ ਆਪਣੇ ਆਪ ਨੂੰ ਹੋਵੇ, ਪਰ ਉਪਦੇਸ਼ ਸਭ ਲਈ ਸਾਂਝਾ ਹੋਵੇ। ਉਸ ਨੂੰ ਉੱਤਮ ਬਖਤਾ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਤੋਂ ਉੱਤਮ ਬਖਤਾ ਕੌਣ ਹੋ ਸਕਦਾ ਦੁਨੀਆ 'ਚ ਭਾਈ? ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਮੇਰਾ ਮਨ ਰਾਤਾ ਗੁਣ ਰਵੈ। ਕਹਿੰਦੇ ਭਾਈ ਆਪਾਂ ਸਾਡੀ ਸਭ ਦੀ ਇੱਕ ਆਪਣੇ ਮਨ ਪ੍ਰਤੀ ਸ਼ਿਕਾਇਤ ਹੈ ਕਿ ਸਾਡਾ ਮਨ ਨਹੀਂ ਟਿਕਦਾ, ਮਨ ਸਾਡਾ ਬਾਣੀ ਵਿੱਚ ਲੱਗਦਾ ਨਹੀਂ। ਬਾਣੀ ਜਦੋਂ ਪੜ੍ਹਦੇ ਆ ਮਨ ਭਟਕ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਮਨ ਨੂੰ ਟਿਕਾਉਣ ਵਾਸਤੇ ਸਤਿਗੁਰੂ ਦੇ ਗੁਣਾਂ ਨੂੰ ਯਾਦ ਕਰੋ। ਜਦੋਂ ਇਹਨਾਂ ਗੁਣਾਂ ਵਿੱਚ ਰਵੇ ਦਾ ਭਾਵ ਜਦੋਂ ਪ੍ਰਵਿਰਤ ਹੋ ਜਾਵਾਂਗੇ ਇਹਨਾਂ ਗੁਣਾਂ ਦੇ ਵਿੱਚ, ਕਿਹੋ ਜਿਹੇ ਗੁਣ? ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਸ਼ੁਭ ਗੁਣ। ਧਰਮ ਦੀ ਪਰਪੱਕਤਾ ਦਾ ਗੁਣ ਕਿੱਡਾ ਵੱਡਾ ਗੁਣ ਹੈ। ਜਦੋਂ ਇਸ ਗੁਣ ਨੂੰ ਯਾਦ ਕਰਾਂਗੇ ਕਿ ਇਸ ਗੁਣ ਨੂੰ ਧਾਰਨ ਕਰਨ ਵਾਲੇ ਗੁਰੂ ਕੇ ਸਿੱਖ ਆਰਿਆਂ ਥੱਲੇ ਚਿਰ ਗਏ, ਖੋਪਰੇ ਲੱਥ ਗਏ, ਨਹੀਂ ਡੋਲੇ, ਸੱਚ ਦਾ ਪੱਲਾ ਨਹੀਂ ਛੱਡਿਆ ਉਹਨਾਂ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਫਿਰ ਭਾਈ ਮੇਰਾ ਮਨ ਰਾਤਾ ਗੁਣ ਰਵੈ। ਇਹਨਾਂ ਗੁਣਾਂ ਨੂੰ ਕਰਕੇ ਫਿਰ ਵੀ ਮੇਰਾ ਮਨ ਜਿਹੜਾ ਹੈ ਇਹ ਗੁਰੂ ਨਾਮ ਵਿੱਚ, ਪ੍ਰਮਾਤਮਾ ਦੇ ਸਿਮਰਨ ਵਿੱਚ ਰੰਗਿਆ ਜਾਵੇਗਾ, ਟਿਕ ਜਾਵੇਗਾ। ਮਨ ਭਾਵੈ ਸੋਈ। ਫਿਰ ਭਾਈ ਇਹੀ ਮਨ ਪ੍ਰਮਾਤਮਾ ਨੂੰ ਭਾ ਜਾਵੇਗਾ। ਕਿਹੜਾ ਭਾਵੇਗਾ? ਜਿਹੜਾ ਪ੍ਰਮਾਤਮਾ ਤੇ ਭਾਵਨਾ ਰੱਖੇਗਾ,
ਜਿਹਨੂੰ ਭਾਵਨਾ ਹੀ ਨਹੀਂ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਉਹ ਕਿਵੇਂ ਭਾਵੇਗਾ ਭਾਈ। ਇਸ ਕਰਕੇ ਪਾਵੇਗਾ ਤਾਂ ਸਾਨੂੰ ਪਹਿਲਾਂ ਭਰੋਸਾ ਹੋਵੇ ਕਿ ਸਤਿਗੁਰੂ ਦੇ ਬਹੁਤ ਵੱਡੇ ਗੁਣ ਹਨ। ਇਹ ਠੱਗਾਂ ਨੂੰ, ਚੋਰਾਂ ਨੂੰ, ਨਿਗੁਣਿਆਂ ਨੂੰ, ਨਿਮਾਣਿਆਂ ਨੂੰ ਤਾਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਵਿੱਚ ਬਹੁਤ ਵੱਡੀਆਂ ਸ਼ਕਤੀਆਂ ਹਨ। ਜਦੋਂ ਮਨ ਵਿੱਚ ਇਹ ਭਰੋਸਾ ਹੋਵੇਗਾ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਹੀ ਸਾਨੂੰ ਸਮਝਾ ਦਿੱਤਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ ਸਾਹਿਬ ਦਾ ਦਰ ਹੈ। ਇਸ ਕਰਕੇ ਭਟਕਣ ਦੀ ਲੋੜ ਨਹੀਂ, ਹੋਰ ਥਾਵਾਂ ਤੇ ਮੜੀਆਂ ਮਸਾਣੀਆਂ ਤੇ ਜਾਣ ਦੀ ਲੋੜ ਨਹੀਂ। ਗੁਰੂ ਦੇ ਦਰ ਤੇ ਆਓ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ, ਜਦੋਂ ਸਾਡੇ ਮਨ ਦੀ ਭਾਵਨਾ ਪਰਪੱਕ ਹੋ ਗਈ ਕਿ ਅਸੀਂ ਪੰਜਾਂ ਪਿਆਰਿਆਂ ਤੋਂ ਜਦੋਂ ਅੰਮ੍ਰਿਤ ਛਕ ਲਿਆ ਤੇ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਣਾ, ਅਸੀਂ ਸਤਿਗੁਰੂ ਦੀਆਂ ਪੁੱਤਰੀਆਂ ਬਣ ਜਾਣਾ। ਜਦੋਂ ਇਹ ਭਾਵਨਾ ਪਰਪੱਕ ਹੋ ਗਈ ਕਿ ਅਸੀਂ ਗੁਰੂ ਕੇ ਸਿੱਖ ਬਣ ਜਾਣਾ, ਸਾਧ ਸੰਗਤ ਜੀ, ਇਹ ਇੱਕ ਬਹੁਤ ਵੱਡਾ ਗੁਣ ਹੈ ਗੁਰੂ ਦਾ ਸਿੱਖ ਹੋਣਾ। ਜੇ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰਨ ਵਾਲਾ ਗੁਰੂ ਦਾ ਸਿੱਖ ਹੈ। ਬੜੇ ਵੱਡੇ ਗੁਣ ਹਨ ਗੁਰੂ ਕੇ ਸਿੱਖ ਦੇ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਅੱਜ ਫਰਮਾਉਂਦੇ ਹਨ ਕਿ ਭਾਈ ਸਾਡਾ ਮਨ ਜੇ ਪਰਪੱਕਤਾ ਸਹਿਤ ਗੁਰੂ ਦੇ ਉੱਪਰ ਭਾਵਨਾ ਰੱਖੇ ਤੇ ਫਿਰ ਅਸੀਂ ਉਸ ਨੂੰ ਭਾ ਜਾਵਾਂਗੇ। ਗੁਰ ਕੀ ਪੌੜੀ ਸਾਚ ਕੀ। ਗੁਰੂ ਕੀ ਜਿਹੜੀ ਪੌੜੀ ਹੈ ਇਹ ਧਰਮ ਦੀ ਪੌੜੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਇਹ ਸੱਚ ਦੀ ਪੌੜੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਇਹ ਜਿਹੜਾ ਰਸਤਾ ਹੈ ਇਹ ਪਗਡੰਡੀਆਂ ਨਹੀਂ, ਕਿ ਪਗਡੰਡੀਆਂ ਉਹ ਹੁੰਦੀਆਂ ਕਿਸੇ ਜੰਗਲ ਵਿੱਚ ਜਾਓ, ਕੋਈ ਡੰਡੀ ਜਾਂਦੀ ਹੈ ਰਸਤੇ 'ਚ, ਚਲਦਿਆਂ ਚਲਦਿਆਂ ਅੱਗੇ ਮੁੱਕ ਜਾਵੇ, ਖਤਮ ਹੋ ਜਾਵੇਗੀ, ਪਰ ਜੰਗਲ ਖਤਮ ਨਹੀਂ ਹੋਵੇਗਾ। ਉਹ ਡੰਡੀ ਪਾਰ ਨਹੀਂ ਲਗਾਏਗੀ, ਰਸਤੇ ਵਿੱਚ ਹੀ ਉਹ ਖਤਮ ਹੋ ਜਾਵੇਗੀ, ਰਸਤੇ ਵਿੱਚ ਰੁਕਾਵਟ ਖੜੀ ਕਰ ਦੇਵੇਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਾਰਗ ਐਸਾ ਹੈ ਜਿਹੜਾ ਸੱਚਖੰਡ ਤੱਕ ਲਿਜਾਣ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਗੁਰਮਤਿ ਗਾਡੀ ਰਾਹ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਫਰਮਾਉਂਦੇ ਹਨ ਕਿ ਭਾਈ ਇਹ ਸੱਚ ਦਾ ਰਸਤਾ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ ਰਹੇ ਹਨ। ਸਾਚਾ ਸੁਖ ਹੋਈ। ਇਹਦੇ ਵਾਸਤੇ ਭਾਈ ਜਿਹੜੇ ਦੁਨੀਆ ਦੇ ਸੁੱਖ ਹੈ ਨਾ, ਪ੍ਰਸ਼ਾਦਾ ਚੰਗਾ ਛਕ ਲਿਆ, ਕਿਆ ਵੀ ਬੜਾ ਸੁੱਖ ਆਇਆ, ਬੜਾ ਆਨੰਦ ਆਇਆ, ਜਾਂ ਦੌਲਤ ਦੇ ਸੁੱਖ ਨੇ, ਸਾਧ ਸੰਗਤ ਜੀ ਮਿੱਤਰਾਂ ਦੋਸਤਾਂ ਦੇ ਸੁੱਖ ਨੇ, ਪਰਿਵਾਰਕ ਸੁੱਖ ਨੇ, ਸੁੱਖ ਇਹ ਵੀ ਮੰਨੇ ਗਏ ਨੇ, ਪਰ ਇਹ ਸਦੀਵੀ ਨਹੀਂ। ਜਦੋਂ ਤੱਕ ਇਹ ਸਰੀਰ ਹੈ ਉਦੋਂ ਤੱਕ ਵੀ ਕਈ ਵਾਰ ਇਹ ਸੁੱਖ ਨਾਲ ਨਿਭਦੇ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਹੁਤ ਵਾਰੀ ਸਾਨੂੰ ਸਮਝਾਇਆ ਹੈ ਕਿ ਭਾਈ ਪਰ ਨਾਲ ਇਸ ਸੁੱਖ ਦੀ ਖਾਤਰ ਸੁੱਖ ਕੇ ਹੇਤ ਬਹੁਤ ਦੁੱਖ ਪਾਵੈ, ਸੇਵ ਕਰਤ ਜਨ ਜਨ ਕੀ, ਜਨਾਂ ਜਨਾਂ ਦੀ ਮਨੁੱਖਾਂ ਦੀ ਜਾ ਕੇ ਸੇਵਾ ਕਰਦਾ ਫਿਰਦਾ ਹੈ। ਪਰ ਕਹਿੰਦੇ ਭਾਈ ਜਿਹੜਾ ਇਹ ਸਦੀਵੀ ਸੁੱਖ ਹੈ ਜਿਹਦੇ ਕਰਕੇ ਜੰਮਣ ਮਰਨ ਕੱਟਿਆ ਜਾਵੇਗਾ, ਗੁਰੂ ਕੇ ਚਰਨਾਂ ਵਿੱਚ ਸਦੀਵ ਤੌਰ ਤੇ ਅਭੇਦ ਹੋ ਜਾਵਾਂਗੇ, ਕਹਿੰਦੇ ਫਿਰ ਇਹ ਸੁੱਖ ਦੀ ਪ੍ਰਾਪਤੀ ਹੋਵੇਗੀ। ਸੁਖ ਸਹਿਜ ਆਵੈ ਸਾਚ ਭਾਵੈ। ਕਹਿੰਦੇ ਭਾਈ ਜਦੋਂ ਇਹ ਸੁੱਖ ਕਦੋਂ ਆਏਗਾ, ਜਦੋਂ ਕਹਿੰਦੇ ਸੱਚੇ ਪ੍ਰਮਾਤਮਾ ਨੂੰ ਭਾਵੇ, ਜਦੋਂ ਉਹਦੇ ਤੇ ਭਾਵਨਾ ਰੱਖੀ, ਜਦੋਂ ਉਹਦੇ ਤੇ ਭਰੋਸਾ ਪਰਪੱਕ ਹੋ ਗਿਆ, ਫਿਰ ਇਹ ਸਦੀਵੀ ਸੁੱਖ ਪ੍ਰਾਪਤ ਹੋ ਜਾਵੇਗਾ। ਸਾਚ ਕੀ ਮਤ ਕਿਉ ਟਲੈ। ਫਿਰ ਕਹਿੰਦੇ ਜਦੋਂ ਇਹ ਪਰਪੱਕਤਾ ਹੋ ਗਈ ਨਾ ਮਨ ਵਿੱਚ, ਫਿਰ ਸੱਚੇ ਪ੍ਰਮਾਤਮਾ ਦੀ ਦਿੱਤੀ ਹੋਈ ਸਿੱਖਿਆ ਵਾਲੀ ਮਤ ਮਨ ਵਿੱਚੋਂ ਟਲਦੀ ਨਹੀਂ। ਉਹਨੂੰ ਜਿੰਨਾ ਮਰਜ਼ੀ ਕਹੋ ਕਿ ਤੈਨੂੰ ਦੁਨੀਆ ਦੇ ਸੁੱਖ ਦਿੰਦੇ ਆ, ਪਰ ਤੂੰ ਆਪਣਾ ਧਰਮ ਤਿਆਗ ਦੇ। ਧੰਨ ਸਾਡੀਆਂ ਮਾਵਾਂ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਸੁੱਖ ਦੇ ਦਿਆਂਗੇ, ਤੁਹਾਨੂੰ ਸੁਖੀ ਕਰਕੇ ਤੁਹਾਡੇ ਘਰੀਂ ਭੇਜ ਦਿਆਂਗੇ, ਸੋ ਕਿਹਾ ਕਿ ਪਰ ਤੁਸੀਂ ਧਰਮ ਤਬਦੀਲ ਕਰ ਲਓ। ਨਹੀਂ ਧਰਮ ਤਬਦੀਲ ਕੀਤਾ, ਸੱਚ ਕੀ ਮਤ ਕਿਉਂ ਟਲੈ। ਨਹੀਂ ਟਲਦੀ ਸੱਚ ਦੇ ਅੰਦਰ ਜਿਹੜੀ ਮਤ ਧਾਰਨ ਕੀਤੀ ਹੋਈ ਸੀ ਨਾ, ਸਿੱਖੀ ਦੀ ਮਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਇਹ ਪਰਪੱਕ ਕਰਾ ਦਿੱਤਾ, ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਤੇ ਨਾਲ ਕਿਹਾ ਮਨ ਕੀ ਮਤ ਤਿਆਗੋ ਹਰ ਜਨ। ਪਰ ਆਪਣੇ ਮਨ ਦੀ ਮਤ ਛੱਡ ਕੇ ਗੁਰੂ ਕੀ ਮਤ ਜੀ ਨੇ ਗ੍ਰਹਿਣ ਕਰ ਲਈ, ਉਹ ਨਹੀਂ ਟਲਦੀ, ਉਹ ਪਰਪੱਕ ਹੋ ਜਾਂਦੀ ਹੈ। ਕਿਹਾ ਗਿਆ ਕਿ ਤੁਹਾਨੂੰ ਤੇ ਫਿਰ ਜੇ ਨਹੀਂ ਤੁਸੀਂ ਗੁਰੂ ਕੀ ਮਤ ਛੱਡਣੀ, ਸਿੱਖੀ ਨਹੀਂ ਛੱਡਣੀ, ਤੁਹਾਡੇ ਬੱਚਿਆਂ ਨੂੰ ਕੋਹ ਕੇ ਖਤਮ ਕਰ ਦਿੱਤਾ ਜਾਵੇਗਾ।
ਕਰ ਦਿੱਤਾ ਗਿਆ ਖਤਮ, ਕੀਮਾ ਕਰ ਦਿੱਤੇ ਗਏ, ਰੱਸੀਆਂ ਵਿੱਚ ਪਰੋ ਕੇ ਬੋਟੀਆਂ ਦੇ ਹਾਰ ਬਣਾ ਕੇ ਗਲਾਂ ਵਿੱਚ ਪਾ ਦਿੱਤੇ ਗਏ, ਪਰ ਸੱਚ ਦੀ ਮੱਤ ਟਲੀ ਨਹੀਂ। ਸਾਧ ਸੰਤ ਸਿੱਖੀ ਦਾ ਇਤਿਹਾਸ ਭਰਿਆ ਪਿਆ ਇਹਨਾਂ ਕੁਰਬਾਨੀਆਂ ਦੇ ਨਾਲ, ਸੱਤ ਦੀ ਮੱਤ ਨਹੀਂ ਟਲਦੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਪਰਮਾਤਮਾ ਦੀ ਦਿੱਤੀ ਹੋਈ ਮੱਤ ਸੱਚ ਦੀ ਉਹਨਾਂ ਗੁਰਮੁਖਾਂ ਦੇ ਹਿਰਦੇ 'ਚੋਂ ਨਹੀਂ ਟਲਦੀ, ਨਹੀਂ ਮੁੱਕਦੀ, ਜਿਨ੍ਹਾਂ ਨੂੰ ਸੱਚੇ ਪਰਮਾਤਮਾ ਦੇ ਉੱਪਰ ਭਰੋਸਾ ਹੋ ਜਾਵੇ। ਇਸਨਾਨ ਦਾਨ ਸੋ ਗਿਆਨ ਮੱਜਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਹੋਰ ਰਾਹ ਦੱਸਦੇ ਹੋ। ਸਾਨੂੰ ਤੇ ਬਹੁਤ ਸਾਰੇ ਪੰਡਤਾਂ ਨੇ, ਮੁੱਲਿਆਂ ਨੇ, ਹੋਰ ਕਈਆਂ ਨੇ ਸਾਨੂੰ ਇੱਕ ਰਾਹ ਦੱਸਿਆ ਕਿ ਕੁਝ ਕਰਨ ਦੀ ਲੋੜ ਹੀ ਨਹੀਂ, ਕਿ ਇਸ਼ਨਾਨ ਕਰੋ, ਤਿਲਕ ਲਾ ਲਓ, ਸੁੰਦਰ ਬਣ ਕੇ ਬੈਠੋ, ਵਸਤਰ ਇਸ ਤਰ੍ਹਾਂ ਦੇ ਪਹਿਨੋ, ਇਸ ਤਰ੍ਹਾਂ ਪੁੱਠੇ ਲਮਕੋ, ਕੁਝ ਸਮੇਂ ਦੀਆਂ ਸਾਧਨਾਂ ਦੱਸੀਆਂ ਹਨ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਇਹ ਭਾਵਨਾ ਤੋਂ ਬਿਨਾਂ ਇਸ਼ਨਾਨ ਕਰਨਾ ਹੈ, ਦਾਨ ਕਰਨਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਨਾਲ ਕੀ ਪ੍ਰਾਪਤੀ ਹੋਵੇਗੀ? ਆਪ ਅਛਲਿਓ ਕਿਉਂ ਛਲੈ। ਕਿਉਂਕਿ ਇਹਦੇ ਨਾਲ ਛਲਿਆ ਨਹੀਂ ਜਾ ਸਕਦਾ। ਪਰਮਾਤਮਾ ਅਛਲ ਹੈ, ਉਹਨੂੰ ਕੋਈ ਇਹਨਾਂ ਗੱਲਾਂ ਨਾਲ ਨਹੀਂ ਛਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਤਾਂ ਗਰੀਬੀ ਗਦਾ ਭਾਉਂਦੀ ਹੈ। ਸਾਧ ਸੰਗਤ ਜੀ, ਕੋਈ ਗੁਰੂ ਕਾ ਗਰੀਬ ਸਿੱਖ ਲੱਕੜਾਂ ਕੱਟਣ ਵੀ ਗਿਆ ਹੋਵੇ, ਭਾਈ ਮੰਝ ਵਰਗਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੀ ਭਾਵਨਾ ਤਾਂ ਪੂਰੀ ਕਰ ਸਕਦੇ, ਰੱਖਿਆ ਵੀ ਕਰ ਸਕਦੇ ਨੇ, ਕਰਦੇ ਨੇ। ਸੋ ਪਰ ਜੇ ਕੋਈ ਛਲਣਾ ਚਾਹਵੇ ਕਿ ਮੈਂ ਦੁਨੀਆ ਨੂੰ ਵਿਖਾਵਾਂ ਕਿ ਮੈਂ ਦੇਖੋ ਇਸ਼ਨਾਨ ਕਰਦਾ, ਤਿਲਕ ਲਾਉਣਾ ਹੈ, ਇਸ ਤਰ੍ਹਾਂ ਦੇ ਦਿੱਤੇ ਹੋਏ ਮੈਂ ਧਰਮ ਨੂੰ ਧਾਰਨ ਕਰਦਾ, ਪਰ ਇਹ ਵਿਖਾਵਾ ਹੋਵੇ, ਮਹਾਰਾਜ ਕਹਿੰਦੇ ਨਹੀਂ, ਉਸ ਅਕਾਲ ਪੁਰਖ ਨੂੰ ਨਹੀਂ ਛਲਿਆ ਜਾ ਸਕਦਾ। ਪਰਪੰਚ ਮੋਹ ਵਿਕਾਰ ਥਾਕੇ। ਪਰ ਜੇ ਭਾਈ ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰੇ ਤੇ ਫਿਰ ਜਿਨੇ ਪਰਪੰਚ ਨੇ, ਝੂਠ ਦੇ ਪਸਾਰੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਫਰਮਾਉਂਦੇ ਨੇ ਕਿ ਇਹ ਝੂਠ ਤੇ ਵਿਕਾਰ ਜਿੰਨਾ ਪਰਪੰਚ ਦਾ ਪਸਾਰਾ ਹੈ, ਕੂੜ ਕਪਟ ਨਾ ਦੋਈ। ਕਹਿੰਦੇ ਨਾ ਦੁਬਦਾ ਚ ਪਈ ਭਾਈ, ਤੇ ਕੂੜ ਝੂਠ ਛੱਡ ਦੇ, ਕਪਟ ਕਰਨਾ, ਛਲ ਕਰਨਾ ਛੱਡ ਦੇ। ਕਿਸੇ ਨੂੰ ਛਲ ਕਰਕੇ ਸਾਧ ਸੰਗਤ ਉਹਦੀ ਮਾਇਆ ਛਲ ਲੈਣੀ, ਖੋਹ ਲੈਣੀ, ਉਹਦੇ ਨਾਲ ਧੋਖਾ ਕਰਨਾ, ਫਰੇਬ ਕਰਨਾ, ਕਹਿੰਦੇ ਇਹ ਮਨ ਦੇ ਕਪਟ ਸਾਰੇ ਤਿਆਗ ਦੇ। ਮੇਰਾ ਮਨ ਰਾਤਾ ਗੁਣ ਰਾਵੈ। ਫੇਰ ਕਹਿੰਦੇ ਭਾਈ ਜਦੋਂ ਤੂੰ ਕੇਵਲ ਇਹਨਾਂ ਵਿਖਾਵੇ ਦੀਆਂ ਵਿਧੀਆਂ ਛੱਡ ਕੇ ਤੇ ਆਪਣੇ ਮਨ ਦੇ ਅੰਦਰੋਂ ਜਿਸ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਇਹ ਮੈਲ ਲਾਉਣ ਵਾਸਤੇ ਤੇ ਉਸ ਪਰਮਾਤਮਾ ਦੇ ਦਰ ਤੇ ਆਇਆ, ਫਿਰ ਕਹਿੰਦੇ ਭਾਈ ਤੇਰਾ ਮਨ ਪ੍ਰੇਮ ਰੰਗ ਵਿੱਚ ਰੰਗਿਆ ਜਾਵੇਗਾ, ਨਾਮ ਰੰਗ ਵਿੱਚ ਰੰਗਿਆ ਜਾਵੇਗਾ, ਤੇ ਫਿਰ ਉਸ ਪਰਮਾਤਮਾ ਨੂੰ ਭਾ ਜਾਵੇਗਾ। ਮਨ ਭਾਵੈ ਸੋਈ। ਫਿਰ ਭਾਈ ਜਿਹੜਾ ਮਨ ਹੈ ਉਸ ਸੁਤੇ ਪ੍ਰਕਾਸ਼ ਪਰਮਾਤਮਾ ਨੂੰ ਭਾ ਜਾਵੇਗਾ, ਉਸ ਸੁਤੇ ਪ੍ਰਕਾਸ਼ ਪਰਮਾਤਮਾ ਵਿੱਚ ਅਭੇਦ ਹੋ ਜਾਵੇਗਾ। ਸਾਹਿਬ ਸੋ ਸਾਲਾਹੀਐ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਸਿਫਤ ਕਿਹਦੀ ਕਰੀਏ? ਸਤਿਗੁਰੂ ਜੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਹਦੀ ਸਿਫਤ ਕਰੀਏ? ਦੁਨੀਆ 'ਚ ਬੜੇ ਸਿਆਣੇ ਨੇ, ਬੜੇ ਵਿਦਵਾਨ ਨੇ, ਬੜੇ ਕਵੀ ਨੇ, ਬੜੇ ਆਪਣੇ ਆਪ ਨੂੰ ਬਹੁਤ ਸਿਆਣੇ ਤੋਂ ਸਿਆਣੇ ਮੰਨਦੇ ਹਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਸਿਫਤ ਸਲਾਹ ਕਿਹਦੀ ਕਰਨੀ? ਕਹਿੰਦੇ ਜਿਹੜਾ ਅਕਾਲ ਪੁਰਖ ਨਾਮ ਬਿਨਸਣ ਵਾਲਾ ਹੈ, ਜਿਹਦੀ ਸਿਫਤ ਵੀ ਸੱਚੀ ਆ, ਜਿਹਦਾ ਨਾਮ ਵੀ ਸੱਚਾ ਹੈ, ਜਿਹਦਾ ਆਪ ਵੀ ਸੱਚਾ ਹੈ, ਸੋ ਉਸ ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੀ ਸਿਫਤ ਕਰਨੀ ਚਾਹੀਦੀ ਹੈ। ਜਿਨ ਕਾਰਨ ਕੀਆ। ਜਿਹਨੇ ਸਾਰਾ ਸੰਸਾਰ ਦਾ ਕਾਰਨ ਰਚਿਆ ਨਾ, ਕਹਿੰਦੇ ਭਾਈ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ। ਮੈਲ ਲਾਗੀ ਮਨ ਮੈਲਿਆ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ। ਕਹਿੰਦੇ ਭਾਈ ਇਸ ਮਨ ਨੂੰ ਤਾਂ ਇਹ ਜਿੱਧਰ ਨੂੰ ਵੀ ਦੇਖਦਾ ਹੈ, ਇਹ ਉਧਰੋਂ ਮੈਲ ਪਕੜਦਾ, ਸ਼ੁੱਧਤਾਈ ਮੈਲ ਤਿਆਗਦਾ ਨਹੀਂ, ਤਜਦਾ ਨਹੀਂ। ਇਹਦਾ ਇੱਕ ਸੁਭਾਅ ਬਣਿਆ ਹੋਇਆ ਹੈ, ਕੇਵਲ ਇੱਕ ਨਾਮ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ।
ਉਹ ਪ੍ਰਮਾਤਮਾ ਦੇ ਨਾਮ ਨਾਲ ਹੀ ਜਿਹੜੀ ਮੈਲੀ ਮੱਤ ਹੈ ਉਹ ਧੋਤੀ ਜਾ ਸਕਦੀ ਹੈ, ਹੋਰ ਕਿਸੇ ਗੱਲ ਨਾਲ ਨਹੀਂ, ਕਿਸੇ ਤਰ੍ਹਾਂ ਸ਼ਿੰਗਾਰ ਕਰਨ ਦੇ ਨਾਲ, ਸਾਧ ਸੰਗਤ ਜੀ ਕਿਸੇ ਤਰ੍ਹਾਂ ਦੀ ਮਾਇਆ ਦੌਲਤ ਇਕੱਠੀ ਕਰਨ ਦੇ ਨਾਲ ਇਹ ਮਨ ਦੀ ਮੈਲ ਲੱਥਦੀ ਨਹੀਂ, ਬਲਕਿ ਹੋਰ ਚੁੰਬੜਦੀ ਜਾਂਦੀ ਹੈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਸ ਮਲ ਨੂੰ ਲਾਉਣ ਵਾਸਤੇ ਕਿਨੈ ਅੰਮ੍ਰਿਤ ਪੀਆ, ਜਿਹਨੇ ਭਾਈ ਉਸ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ, ਉਹਨਾਂ ਦੇ ਮਨ ਦੀ ਮਲ ਲੈ ਜਾਂਦੀ ਹੈ। ਮਥ ਅੰਮ੍ਰਿਤ ਪੀਆ ਇਹੋ ਮਨ ਦੀਆ, ਮਥ ਅੰਮ੍ਰਿਤ ਪੀਆ, ਵਿਚਾਰ ਕਰਕੇ ਬੜੀਆਂ ਵਿਚਾਰਾਂ ਕੀਤੀਆਂ ਵੀ ਕੀ ਕਰਨਾ ਚਾਹੀਦਾ, ਫਿਰ ਕਹਿੰਦੇ ਮਥ ਅੰਮ੍ਰਿਤ ਪੀਆ, ਇਹ ਨਿਰਣਾ ਲਿਆ ਫਿਰ ਕਿ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਛਕਣਾ ਯੋਗ ਹੈ, ਇਹਦੇ ਤੋਂ ਬਿਨਾ ਨਿਸਤਾਰਾ ਨਹੀਂ ਹੈ। ਇਸ ਵਿਚਾਰ ਤੇ ਪਹੁੰਚ ਕੇ ਨਾਮ ਅੰਮ੍ਰਿਤ ਨੂੰ ਫਿਰ ਪੀਣਾ ਕੀਤਾ, ਜਪਣਾ ਕੀਤਾ। ਗੁਰ ਪਹਿ ਮੋਲ ਕਰਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਰ ਤੋਂ ਭਾਈ ਫਿਰ, ਕਿਉਂਕਿ ਪ੍ਰਮਾਤਮਾ ਦਾ ਨਾਮ ਤਾਂ ਅਮੁੱਲ ਹੈ ਭਾਈ, ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਫਿਰ ਭਾਈ ਇਹਦੇ ਮੁੱਲ ਦਾ ਅੰਦਾਜ਼ਾ ਕਿਵੇਂ ਲੱਗੇ। ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਭੇਟਾ ਚੜਾ ਕੇ ਪਰਮਾਤਮਾ ਦੇ ਨਾਮ ਨੂੰ ਮੁੱਲ ਲੈ ਲਿਆ। ਸੋ ਇਸ ਕਰਕੇ ਫਿਰ ਭਾਈ ਉਸ ਅਮੋਲਕ ਨਾਮ ਦਾ ਪਰਮਾਤਮਾ ਕੋਲ ਮੁੱਲ ਪਵਾ ਲਿਆ ਕਿ ਭਾਈ ਇਹ ਗੁਰੂ ਕਾ ਸਿੱਖ ਹੈ, ਐਸ ਗੁਰੂ ਕੇ ਸਿੱਖ ਨੇ ਸਿੱਖੀ ਧਾਰਨ ਕੀਤੀ ਹੈ। ਸ਼ਾਬਾਸ਼ ਭਾਈ, ਜੇ ਕਿਤੇ ਯੁੱਧ ਦਾ ਸਮਾਂ ਆਇਆ ਤੇ ਸ਼ੁਭ ਗੁਣਾ ਕਰਕੇ ਗੁਰੂ ਕੇ ਸਿੱਖਾਂ ਨੇ ਮੁੱਲ ਪਵਾਇਆ, ਸ਼ਾਬਾਸ਼ ਲਈ। ਆ ਮੇਰਾ ਗੁਰੂ ਕਾ ਸਿੱਖ 5000 ਹੀ ਆ, ਆ ਮੇਰਾ ਗੁਰੂ ਕਾ ਸਿੱਖ 10,000 ਹੀ ਹੈ, ਮੁੱਲ ਪਵਾ ਲਿਆ। ਸਾਧ ਸੰਗਤ ਜੀ, ਜੇ ਕਿਤੇ ਨਿਮਰਤਾ ਧਾਰ ਕੇ ਯੁੱਧ ਦੇ ਵਿੱਚ ਜਲ ਛਕਾਉਣ ਦੀ ਸੇਵਾ ਲੱਗੀ ਤਾਂ ਛਾਤੀ ਨਾਲ ਲਾ ਕੇ ਕਿਹਾ ਕਿ ਆ ਮੇਰਾ ਗੁਰੂ ਕਾ ਸਿੱਖ ਭਾਈ ਕਨਈਆ, ਇਹ ਕਿਸੇ ਤਰ੍ਹਾਂ ਦੀ ਮਨ ਵਿੱਚ ਦਵੈਸ਼ ਨਹੀਂ ਰੱਖਦਾ, ਮੁੱਲ ਪਵਾ ਲਿਆ ਦਵੈਸ਼ ਤਾਂ ਛੱਡ ਕੇ। ਸੋ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਮੁੱਲ ਕੇਵਲ ਤੇ ਕੇਵਲ ਪਰਮਾਤਮਾ ਹੀ ਪਾ ਸਕਦਾ, ਸ਼ੁਭ ਗੁਣਾਂ ਦਾ। ਸ਼ੁਭ ਗੁਣਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ, ਕਿਉਂਕਿ ਸ਼ੁਭ ਗੁਣ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੇ, ਤੇ ਨਾਮ ਪ੍ਰਭੂ ਦਾ ਹੈ ਤੇ ਪ੍ਰਭੂ ਹੀ ਉਸ ਦਾ ਮੁੱਲ ਪਾਉਂਦਾ ਹੈ। ਆਪਨੜਾ ਪ੍ਰਭ ਸਹਿਜ ਪਛਾਤਾ, ਫਿਰ ਭਾਈ ਸਹਿਜੇ ਹੀ ਜਦੋਂ ਪਰਮਾਤਮਾ ਦਾ ਨਾਮ ਜਪਿਆ, ਉਹਦੀ ਪਛਾਣ ਕਰ ਲਈ, ਉਹਦੇ ਨਾਲ ਅਭੇਦ ਹੋਣ ਵਾਸਤੇ ਯਤਨ ਕੀਤਾ, ਸ਼ੁਭ ਗੁਣਾਂ ਨੂੰ ਗ੍ਰਹਿਣ ਕੀਤਾ, ਅਵਗੁਣ ਤਿਆਗ ਦਿੱਤੇ, ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਇੱਥੇ ਆ ਕੇ ਤੱਪੜ ਝਾੜੇ, ਝੂਠੇ ਬਰਤਨ ਸਾਫ਼ ਕੀਤੇ, ਸੰਗਤਾਂ ਦੀ ਸੇਵਾ ਕੀਤੀ, ਇਹਨਾਂ ਗੁਣਾਂ ਦੇ ਨਾਲ ਮਨ ਵਿੱਚ ਨਿਮਰਤਾ ਆ ਗਈ ਤੇ ਫਿਰ ਆਪਣੇ ਗੁਰੂ ਦੀ ਪਛਾਣ ਕਰ ਲਈ। ਜਾ ਮਨ ਸਾਚੈ ਲਾਇਆ, ਜਾਂ ਭਾਈ ਜਦੋਂ ਸੱਚੇ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਿਆ, ਨਹੀਂ ਤੇ ਮਨ ਨਿਵਾਣ ਵੱਲ ਨੂੰ ਦੌੜਦਾ ਹੈ। ਹਜ਼ੂਰ ਫਰਮਾਉਂਦੇ ਹਨ ਨਾਮ ਕੀ ਬੇਲਾ ਪੈ ਪੈ ਸੋਇਆ, ਕਿਉਂਕਿ ਹਜ਼ੂਰ ਜਦੋਂ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ ਹੁੰਦਾ ਨਾ, ਉਦੋਂ ਕਹਿੰਦੇ ਥੋੜਾ ਜਿਹਾ ਹੋਰ ਸੌਂ ਲਈਏ, ਪਰ ਨਾਲ ਕੀ ਕਹਿੰਦੇ ਬੁਰੇ ਕੰਮ ਕੋ ਊਠ ਖਲੋਇਆ। ਮਾੜਾ ਕੰਮ ਕਰਨਾ ਹੋਵੇ ਦੌੜਦਾ ਫਿਰ ਉਧਰ ਨੂੰ, ਵੀ ਠਹਿਰ ਜਾ ਮੈਂ ਵੀ ਤੇਰੇ ਨਾਲ ਹੀ ਚੱਲਦਾ, ਉਸ ਪਾਸੇ ਨੂੰ ਤਾਂ ਦੌੜਦਾ ਹੈ, ਪਰ ਪਰਮਾਤਮਾ ਦਾ ਨਾਮ ਜਪਣ ਤੋਂ ਆਲਸ ਕਰਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਜਦੋਂ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਉਦੋਂ ਭਾਈ ਪਰਮਾਤਮਾ ਦੀ ਸੰਗਤ, ਪਰਮਾਤਮਾ ਦੇ ਸੇਵਕਾਂ ਦੀ ਸੰਗਤ ਵਿੱਚ ਆ ਕੇ ਫਿਰ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਕੇ ਪਛਾਣ ਕਰ ਲੈਂਦਾ ਹੈ ਪ੍ਰਭੂ ਦੀ। ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ, ਉਹਨਾਂ ਗੁਰੂ ਕੇ ਸਿੱਖਾਂ ਨਾਲ ਮਿਲ ਕੇ ਸ਼ੁਭ ਗੁਣ ਗਾਉਣਾ ਕਰੀਏ ਪਰਮਾਤਮਾ ਦੇ, ਵਾਹਿਗੁਰੂ ਦੇ, ਜੇ ਉਸ ਨੂੰ ਅਸੀਂ ਵੀ ਭਾ ਜਾਈਏ। ਸਾਧ ਸੰਗਤ ਜੀ, ਉਹ ਤਾਂ ਬੇਪਰਵਾਹ ਹੈ, ਉਹ ਬਖਸ਼ਿੰਦ ਹੈ ਹਮੇਸ਼ਾ ਹੀ, ਉਹ ਨਿਮਾਣਿਆਂ ਦਾ ਮਾਣ ਹੈ, ਨਤਾਣਿਆਂ ਦਾ ਤਾਣ ਹੈ। ਇਸ ਕਰਕੇ ਜਦੋਂ ਅਸੀਂ ਮਿਲ ਕੇ ਗੁਣ ਗਾਵਾਂਗੇ ਤੇ ਜ਼ਰੂਰ ਉਸ ਨੂੰ ਭਾ ਜਾਵਾਂਗੇ। ਆਓ 1 ਮਿੰਟ ਵਾਸਤੇ ਸਾਧ ਸੰਗਤ ਜੀ ਸਾਰੀ ਸੰਗਤ ਜਪਿਓ ਗੱਜ ਕੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਮਨ ਵਿੱਚ ਇਹ ਭਾਵਨਾ ਰੱਖਣੀ ਕਿ ਸਤਿਗੁਰੂ ਅਸੀਂ ਤੇਰੇ ਪਿਆਰਿਆਂ ਨਾਲ ਮਿਲ ਕੇ ਤੇਰੇ ਵਾਹਿਗੁਰੂ ਨਾਮ ਨੂੰ ਜਪੀਏ, ਮਤਾਂ ਅਸੀਂ ਵੀ ਭਾ ਜਾਈਏ ਤੈਨੂੰ, ਸਾਡੇ ਤੇ ਵੀ ਕਿਰਪਾ ਹੋ ਜਾਵੇ ਤੇਰੀ। ਮਹਾਰਾਜ ਇਹ ਮਨ ਵਿੱਚ ਸਾਡੇ ਸ਼ਰਧਾ ਹੈ, ਵਿਸ਼ਵਾਸ ਹੈ ਕਿ ਅਸੀਂ ਜਦੋਂ ਤੇਰੇ ਪਿਆਰਿਆਂ ਨਾਲ ਮਿਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਕੀਰਤਨ ਕਰਾਂਗੇ, ਸੁਣਾਂਗੇ, ਆਪਦੀ ਦਰ ਹਜ਼ੂਰੀ ਵਿੱਚ ਬੈਠ ਕੇ ਮਹਾਰਾਜ ਨਾਮ ਜਪਾਂਗੇ, ਚਲਦਿਆਂ ਫਿਰਦਿਆਂ ਕੰਮ ਕਰਦਿਆਂ ਨਾਮ ਜਪਾਂਗੇ, ਤਾਂ ਫਿਰ ਤੈਨੂੰ ਭਾ ਜਾਵਾਂਗੇ। ਕਿਉ ਮਿਲੈ ਹੋਏ ਪਰਾਇਆ। ਹਜ਼ੂਰ ਫਰਮਾਉਂਦੇ ਹਨ ਕਿਉਂ ਮਿਲਿਆ ਹੋਏ ਪਰਾਇਆ। ਕਹਿੰਦੇ ਭਾਈ ਜਦੋਂ ਮਿਲ ਜਾਵੇ, ਜਦੋਂ ਅਸੀਂ ਕਿਉਂ ਮਿਲਿਆ ਹੋਏ ਪਰਾਇਆ, ਅਸੀਂ ਤਾਂ ਆਪਣਾ ਸਮਝਿਆ ਹੀ ਨਹੀਂ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਅਸੀਂ ਸਮਝਿਆ ਵੀ ਨਹੀਂ ਸਾਨੂੰ ਤਾਂ ਆ ਨੇੜ ਦਾ ਸੁੱਖ ਹੈ, ਮੜੀਆਂ ਤੇ ਜਾਵਾਂਗੇ, ਵੀਰਵਾਰ ਨੂੰ ਜਾ ਕੇ ਚਾਦਰ ਚੜਾਵਾਂਗੇ, ਅਸੀਂ ਗੁੱਗੇ ਪੂਜ ਲਾਵਾਂਗੇ, ਅਸੀਂ ਆਹ ਦੁਨੀਆ ਦੇ ਵਿੱਚ ਜਿਹੜੇ ਝੂਠੇ ਸੌਦੇ ਚੱਲੇ ਇਹਨਾਂ ਨੂੰ ਸੱਚੇ ਸੌਦੇ ਮੰਨ ਲਿਆ, ਉਧਰ ਜਾ ਕੇ ਮੱਥਾ ਟੇਕ ਆਵਾਂਗੇ। ਮਹਾਰਾਜ ਕਹਿੰਦੇ ਫਿਰ ਭਾਈ ਕਿਉਂ ਮਿਲਿਆ, ਫਿਰ ਕਾਹਤੋਂ ਮਿਲੇਗਾ ਪਰਮਾਤਮਾ, ਅਸੀਂ ਤਾਂ ਉਹਦੇ ਬਣੇ ਹੀ ਨਹੀਂ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਪਰ ਤੂੰ ਤੇ ਹੋਇਆ ਹੀ ਨਹੀਂ। ਇਹ ਮਨਾ ਤੂੰ ਤੇ ਉਹਨੂੰ ਪਰਾਇਆ ਹੀ ਸਮਝਿਆ, ਫਿਰ ਕਿਉਂ ਮਿਲੇ ਤੈਨੂੰ, ਤੈਨੂੰ ਕਿਸ ਤਰ੍ਹਾਂ ਮਿਲ ਜਾਏਗਾ। ਇਸ ਕਰਕੇ ਭਾਈ ਜਦੋਂ ਤੱਕ ਤੂੰ ਆਪਣੇ ਮਨ ਵਿੱਚ ਇਹ ਪ੍ਰਾਮਤਾ ਲੈ ਕੇ ਬੈਠਾ ਕਿ ਇਹ ਫਲਾਣੇ ਦਾ ਗੁਰੂ ਹੈ, ਫਲਾਣੇ ਨਾਲ ਪ੍ਰੇਮ ਹੈ, ਇਹ ਮੇਰਾ ਨਹੀਂ, ਮੇਰਾ ਤੇ ਫਲਾਣਾ ਹੈ, ਮੇਰਾ ਰਾਹ ਹੀ ਵੱਖਰਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਦੋਂ ਤੱਕ ਭੇਦਤਾ ਨਹੀਂ ਹੋਣੀ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸਾਹਿਬ ਸੋ ਸਾਲਾਹੀਐ। ਹਜ਼ੂਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰੋ, ਮਿਹਰ ਕਰੋ, ਕੀ ਕਰਨਾ ਚਾਹੀਦਾ। ਕਹਿੰਦੇ ਉਸ ਮਾਲਕ ਨੂੰ, ਉਹ ਸਾਹਿਬ ਨੂੰ ਹਮੇਸ਼ਾ ਵਾਸਤੇ ਉਹਦੀ ਸਿਫਤ ਸਲਾਹ, ਉਹਦੇ ਗੁਣ ਗਾਉਣੇ ਚਾਹੀਦੇ ਹਨ। ਜਿਨ ਜਗਤ ਉਪਾਇਆ। ਜਿਹਨੇ ਸਾਰੇ ਜਗਤ ਦੀ ਪੈਦਾਇਸ਼ ਕੀਤੀ ਹੈ, ਜਿਹਨੇ ਸਾਰਾ ਜਗਤ ਪੈਦਾ ਕੀਤਾ ਹੈ, ਜਿਹੜਾ ਸਾਰੇ ਜਗਤ ਦੀ ਪਾਲਣਾ ਕਰਦਾ ਹੈ, ਉਸ ਪ੍ਰਭੂ ਨੂੰ ਆਰਾਧਨਾ ਚਾਹੀਦਾ ਹੈ। ਆਏ ਗਿਆ ਕੀ ਨਾ ਆਇਓ। ਹਜ਼ੂਰ ਫਰਮਾਉਂਦੇ ਹਨ ਆਏ ਗਿਆ, ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਗਿਆ, ਕੀ ਨਾ ਆਇਓ। ਫਿਰ ਦੱਸੋ, ਕਹਿੰਦੇ ਕੀ ਨਹੀਂ ਆਇਆ ਭਾਈ, ਸਾਰੇ ਹੀ ਪਦਾਰਥ ਉਹਨੂੰ ਮਿਲ ਜਾਂਦੇ ਨੇ, ਸਾਰੇ ਗੁਣ ਉਹਨੂੰ ਮਿਲ ਜਾਂਦੇ ਨੇ, ਸ਼ੁਭ ਗੁਣਾਂ ਦੇ ਖਜ਼ਾਨੇ ਦਾ ਉਹ ਮਾਲਕ ਬਣ ਜਾਂਦਾ ਹੈ। ਪਰ ਜਿਹਦੇ ਵਿੱਚ ਆਏ ਗਇਓ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਗਿਆ। ਆਪਾਂ ਦੇਖਦੇ ਹਾਂ ਬਹੁਤ ਸਾਰੇ ਸੰਤ ਮਹਾਂਪੁਰਖ ਜਿਨ੍ਹਾਂ ਨੇ ਬੜੀ ਘਾਲਣਾ ਘਾਲੀ, ਪਰਮਾਤਮਾ ਦਾ ਨਾਮ ਜਪਿਆ, ਸਿਮਰਨ ਕੀਤਾ, ਭਾਉ ਭਗਤੀ ਕੀਤੀ, ਉਹ ਭਾਵੇਂ ਸਾਧ ਸੰਗਤ ਜੀ ਖੱਦਰ ਦੀਆਂ ਖਪਣੀਆਂ ਪਾ ਕੇ ਬੈਠੇ ਹੋਣ, ਪਰ ਉਹ ਸ਼ੁਭ ਗੁਣਾਂ ਦੇ ਨਾਲ ਲਵਾਲਵ ਹੁੰਦੇ ਨੇ। ਵੱਡੇ ਵੱਡੇ ਅਮੀਰ ਜਾਦੇ ਆਪਣੇ ਆਪ ਨੂੰ ਮੰਨਣ ਵਾਲੇ, ਉਹਨਾਂ ਦੀਆਂ ਸਾਧ ਸੰਗਤੇ ਉਹਨਾਂ ਦੀਆਂ ਦਲੀਜਾਂ ਤੇ ਜਾ ਕੇ ਮੱਥੇ ਟੇਕਦੇ ਨੇ, ਕਿਉਂਕਿ ਉਹਨਾਂ ਵਿੱਚ ਉਹ ਗੁਣ ਨੇ, ਉਹਨਾਂ ਵਿੱਚ ਉਹ ਪਦਾਰਥ ਨੇ ਜਿਹੜੇ ਆਮ ਅਮੀਰਾਂ ਵਿੱਚ ਨਹੀਂ ਹੁੰਦੇ, ਜਿਹੜੇ ਆਮ ਦੁਨੀਆਦਾਰੀ ਲੋਕਾਂ ਦੇ ਵਿੱਚ ਨਹੀਂ ਹੁੰਦੇ। ਕਿਉਂਕਿ ਆਏ ਗਇਓ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਗਿਆ ਹੈ, ਤੇ ਨਾਮ ਆਉਣ ਕਰਕੇ ਸ਼ੁਭ ਗੁਣ ਆ ਗਏ ਨੇ। ਸ਼ੁਭ ਗੁਣ ਆਉਣ ਕਰਕੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਤਾਂ ਭਾਈ ਜਿਹੜੀ ਦਾਸੀ ਹੈ ਫਿਰ ਭਗਤਾਂ ਦੀ ਕਾਰ ਕਮਾਉਂਦੀ ਫਿਰਦੀ ਹੈ, ਇਹਦਾ ਤਾਂ ਕੋਈ ਫਿਕਰ ਰਹਿ ਹੀ ਨਹੀਂ ਜਾਂਦਾ। ਇਸ ਕਰਕੇ ਭਾਈ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਪ੍ਰਵੇਸ਼ ਕਰ ਗਿਆ, ਹਿਰਦੇ ਵਿੱਚ ਨਾਮ ਧਾਰਨ ਕਰ ਲਿਆ, ਹਿਰਦੇ ਵਿੱਚ ਨਾਮ ਟਿਕਾ ਲਿਆ, ਫਿਰ ਉਹਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ। ਦੱਸੋ ਕੀ ਨਹੀਂ ਉਹਨੂੰ ਪ੍ਰਾਪਤ ਹੋਇਆ। ਕਿਉਂ ਆਵੇ ਜਾਤਾ। ਫਿਰ ਜਿਹੜਾ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਇੱਕ ਵਾਰੀ ਆ ਗਿਆ ਹਿਰਦੇ ਵਿੱਚ ਨਾਮ, ਜਿਹਦੇ ਹਿਰਦੇ ਵਿੱਚ ਵਸ ਗਿਆ, ਤੇ ਉਹ ਜਾਵੇਗਾ ਕਿਉਂ ਭਾਈ, ਉਹ ਨਹੀਂ ਮੁੜ ਕੇ ਜਾਵੇਗਾ। ਕਹਿੰਦੇ ਭਾਈ ਜਿਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਿਗੁਰੂ ਜੀ ਨੇ ਕੱਢ ਦਿੱਤੇ, ਕਿਉਂ ਆਵੇ, ਉਹ ਮੁੜ ਕੇ ਕਿਉਂ ਆਉਣਗੇ, ਉਹ ਨਹੀਂ ਆਉਣਗੇ। ਕਿਉਂਕਿ ਆਵੇ ਜਾਤਾ, ਕਹਿੰਦੇ ਆਉਣ ਵਾਲਾ ਰਸਤਾ ਉਹਨਾਂ ਨੇ ਜਾਣ ਵਾਸਤੇ ਖੋਲ ਦਿੱਤਾ, ਮੁੜ ਕੇ ਨਹੀਂ ਇੱਧਰ ਨੂੰ ਆ ਸਕਦੇ।
ਜਿਨ੍ਹਾਂ ਦੇ ਅੰਦਰ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਹੈ, ਉਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਬਖੀਲੀ ਨਹੀਂ ਆ ਸਕਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਹੱਟ ਹੈ ਭਾਈ। ਕਿਤੇ ਇਹੋ ਜਿਹਾ ਹੱਟ ਮਿਲ ਜੂ ਆਪਾਂ ਨੂੰ? ਕਿਤੇ ਨਹੀਂ ਮਿਲ ਸਕਦਾ ਕਿ ਇੱਥੇ ਅਵਗਣ ਛੱਡੋ ਤੇ ਗੁਣ ਘਰ ਨੂੰ ਲੈ ਜਾਓ। ਸਤਿਗੁਰੂ ਦੇ ਪਾਤਸ਼ਾਹ ਦੇ ਦਰ ਤੇ ਦੁਨੀਆ ਦੇ ਜਿੰਨੇ ਮਰਜ਼ੀ ਦੁੱਖ ਛੱਡ ਦਿਓ, ਸੁੱਖ ਘਰ ਨੂੰ ਲੈ ਜਾਓ। ਇਹੋ ਜਿਹਾ ਹੱਟ ਮਿਲ ਜੂ ਕਿਤੋਂ ਭਾਈ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਹੀ ਹੈ ਕਿਰਪਾ ਕਰਨ ਵਾਲੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਇੱਕ ਵਾਰੀ ਮਹਾਰਾਜ ਨੇ ਅਵਗੁਣ ਕੱਢ ਦਿੱਤੇ ਆ, ਉਹ ਮੁੜ ਕੇ ਨਹੀਂ ਉਸ ਸਰੀਰ ਵਿੱਚ ਆਉਣਗੇ। ਪ੍ਰੀਤਮ ਸਿਉ ਮਨ ਮਾਨਿਆ, ਕਿਉਂਕਿ ਉਹਨਾਂ ਦਾ ਮਨ ਆਪਣੇ ਮਾਲਕ ਦੇ ਨਾਲ ਮੰਨ ਗਿਆ। ਜਦੋਂ ਤੱਕ ਉਹਦੀ ਪ੍ਰੀਤ ਪ੍ਰਮਾਤਮਾ ਨਾਲ ਜੁੜੀ ਰਹੇਗੀ, ਉਨੀ ਦੇਰ ਤੱਕ ਸਾਧ ਸੰਗਤ ਜੀ ਇਹ ਅਵਗੁਣ ਮੁੜ ਕੇ ਉਹਦੇ ਵਿੱਚ ਨਹੀਂ ਆਉਣਗੇ। ਪ੍ਰੀਤਮ ਸਿਉ ਮਨ ਮਾਨਿਆ, ਕਹਿੰਦੇ ਉਹਨਾਂ ਦਾ ਮਨ ਮੰਨ ਗਿਆ ਕਿ ਸਾਡਾ ਜਿਹੜਾ ਮਾਲਕ ਹੈ, ਪ੍ਰਭੂ ਮਾਲਕ ਸਾਹਿਬ ਹੈ, ਉਹ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਤੇ ਸਭ ਤੋਂ ਸੁੱਚਾ ਹੈ। ਉਹਦੇ ਬਰਾਬਰ ਦੁਨੀਆ 'ਚ ਹੋਰ ਕੋਈ ਤੁਲ ਹੈ ਹੀ ਨਹੀਂ। ਜਦੋਂ ਇਹ ਮਨ ਦੇ ਵਿੱਚ ਭਾਵਨਾ ਬਣ ਗਈ, ਹਰ ਸੇਤੀ ਰਾਤਾ, ਤਾਂ ਭਾਈ ਉਹਨਾਂ ਦਾ ਮਨ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲੇ ਹਰੀ ਪਰਮਾਤਮਾ ਦੇ ਵਿੱਚ ਰੰਗਿਆ ਗਿਆ। ਕਿਉਂਕਿ ਐਵੇਂ ਤਾਂ ਨਹੀਂ ਨਾ ਭਾਈ, ਮਨ ਨੂੰ ਕੋਈ ਨਾ ਕੋਈ ਤੇ ਆਸਰਾ ਚਾਹੀਦਾ ਨਾ। ਜਦੋਂ ਆਪਾਂ ਨਿਗਾਹ ਮਾਰ ਕੇ ਦੇਖਦੇ ਹਾਂ, ਮਨ ਵਿੱਚ ਇੱਕੋ ਹੀ ਸਵਾਲ ਪਹਿਲਾਂ ਖੜਾ ਹੁੰਦਾ ਹੈ ਵੀ ਕਿਉਂ ਜਪੀਏ, ਪਰਮਾਤਮਾ ਦਾ ਨਾਮ ਕਾਹਦੇ ਲਈ ਜਪੀਏ। ਜਦੋਂ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਵੀ ਜਪਣ ਵਾਸਤੇ ਸਾਡੇ ਵਾਸਤੇ ਕੋਈ ਮਿਸਾਲ ਹੈ, ਫਿਰ ਮਨ ਵਿੱਚ ਨਿਸ਼ਚੈ ਆਉਂਦਾ ਹੈ ਕਿ ਇਹ ਤਾਂ ਉਹੀ ਪਰਮਾਤਮਾ ਹੈ ਜਿਹੜਾ ਨਾਮਦੇਵ ਦੀ ਛਪਰੀ ਬੰਨਣ ਵਾਲਾ ਹੈ, ਧੰਨੇ ਦੀਆਂ ਗਊਆਂ ਚਾਰਨ ਵਾਲਾ ਹੈ। ਸਾਧ ਸੰਗਤ ਜੀ, ਜੇ ਅੱਜ ਦੀ ਵੀ ਗੱਲ ਕਰੋ ਨਾ, ਅੱਜ ਬੇਅੰਤ ਗੁਰੂ ਕੇ ਪਿਆਰੇ, ਕਮੀ ਨਹੀਂ ਹੈ, ਪਰ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ। ਉਹ ਆਪਣੇ ਆਨੰਦ ਵਿੱਚ ਨੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਸ ਵਾਸਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਆਪਣੇ ਪ੍ਰੀਤਮ ਨੂੰ ਸਮਝ ਲਿਆ ਹੈ, ਉਹਦੇ ਵਿੱਚ ਭੇਵਤਾ ਪਾ ਲਈ ਹੈ, ਉਹਨਾਂ ਦਾ ਮਨ ਆਪਣੇ ਪ੍ਰੀਤਮ ਮਾਲਕ ਦੇ ਨਾਲ ਮੰਨ ਗਿਆ, ਰੰਗਿਆ ਗਿਆ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਕਿਉਂਕਿ ਸੱਚ ਦੀਆਂ ਗੱਲਾਂ ਹੈ ਹੀ ਨਹੀਂ ਕਿਤੇ ਹੋਰ, ਉਹ ਕੇਵਲ ਇੱਥੇ ਹੀ ਨੇ, ਉਹ ਗੁਰੂ ਦਰ ਤੇ ਹੀ ਨੇ, ਉਹ ਧੰਨ ਗੁਰੂ ਨਾਨਕ ਦੇ ਦਰ ਤੇ ਹੀ ਨੇ। ਇਸ ਵਾਸਤੇ ਇੱਥੇ ਹਮੇਸ਼ਾ ਹੀ ਸੱਚ ਰਹਿਣ ਵਾਲਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਤਾਂ ਕਰਕੇ ਭਾਈ ਸਾਡਾ ਗੁਰੂ ਕੇ ਸਿੱਖਾਂ ਦਾ ਮਨ ਜਿਹੜਾ ਹੈ, ਉਹ ਪ੍ਰਮਾਤਮਾ ਦੇ ਨਾਮ ਨਾਲ ਰੰਗਿਆ ਜਾਂਦਾ ਹੈ, ਪ੍ਰਮਾਤਮਾ ਦੇ ਉਪਦੇਸ਼ ਵਿੱਚ ਭੇਦ ਹੋ ਜਾਂਦਾ ਹੈ। ਕਿਉਂਕਿ ਇੱਥੇ ਸੱਚ ਦੀ ਬਾਤ ਹੈ, ਇੱਥੇ ਉਪਦੇਸ਼ ਹੀ ਸੱਚ ਦਾ ਹੈ, ਝੂਠ ਦਾ ਨਹੀਂ ਹੈ, ਕੇਵਲ ਲਾਰੇ ਲਾਉਣ ਵਾਲਾ ਨਹੀਂ ਹੈ, ਐਵੇਂ ਬਹਾਨੇ ਬਣਾ ਕੇ ਲੁੱਟਣ ਵਾਲਾ ਨਹੀਂ ਹੈ। ਇਹ ਤੇ ਭਾਈ ਸੱਚ ਦਾ ਉਪਦੇਸ਼ ਸਦੀਵ ਕਾਲ ਵਾਸਤੇ ਜਿਹੜਾ ਲੋਕ ਪ੍ਰਲੋਕ ਦੇ ਵਿੱਚ ਗੁਰਸਿੱਖ ਦੇ ਕੰਮ ਆਉਣ ਵਾਲਾ ਹੈ। ਇਸ ਕਰਕੇ ਗੁਰੂ ਕੇ ਸਿੱਖ ਦਾ ਮਨ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਭੇਦ ਹੁੰਦਾ ਹੈ ਤਾਂ ਮੰਨਦਾ ਹੈ। ਜਿਨ ਬਿੰਬ ਕਾ ਕੋਟ ਉਸਾਰਿਆ, ਕਹਿੰਦੇ ਦੇਖੋ, ਕੋਈ ਦੁਨੀਆ ਦੇ ਵਿੱਚ ਕਹਿ ਦੇਵੇ ਕਿ ਮੈਂ ਬੜਾ ਤਕੜਾ, ਮੇਰੇ 'ਚ ਬੜੀ ਸ਼ਕਤੀ ਹੈ। ਕੋਈ ਹੈ ਇਹੋ ਜਿਹਾ ਜਿਹੜਾ ਬੂੰਦ ਤੋਂ ਸੰਸਾਰ ਪੈਦਾ ਕਰ ਦੇਵੇ? ਉਹ ਕੌਣ ਹੈ ਭਾਈ? ਕੋਈ ਤੇ ਹੈਗਾ ਨਾ। ਗੁਰੂ ਕੇ ਸਿੱਖ ਨੇ ਜਦੋਂ ਸ਼ੁਭ ਗੁਣਾਂ ਦੁਆਰਾ ਸਾਧ ਸੰਗਤ ਜੀ ਭਾਲ ਕੀਤੀ ਵੀ ਉਹ ਕੌਣ ਹੈ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ। ਜਿਨ ਬਿੰਬ ਕਾ ਕੋਟ ਸਾਰਿਆ, ਜਿਹਨੇ ਸਾਧ ਸੰਗਤ ਜੀ, ਬਿੰਬ ਦਾ ਅਰਥ ਹੈ ਪਾਣੀ, ਤਬਕਾ, ਇਹਦੇ ਤੋਂ ਕੋਟ ਦਾ ਅਰਥ ਹੈ ਕਿਲਾ, ਕਿਲਾ ਖੜਾ ਕਰ ਦਿੱਤਾ। ਹੁਣ ਗੱਲ ਸਮਝਣੀ ਔਖੀ ਹੈ ਵੀ ਐਸੀ ਵੀ ਕੋਈ ਸ਼ਕਤੀ ਹੈ, ਪਰ ਜਦੋਂ ਅਸੀਂ ਬਾਣੀ ਪੜ੍ਹਾਂਗੇ, ਉਸ ਪ੍ਰਭੂ ਨੂੰ ਸਮਝਣ ਦਾ ਯਤਨ ਕਰਾਂਗੇ, ਤੇ ਫਿਰ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕੀਆ ਪਾਰਾ। ਕਹਿੰਦੇ ਭਾਈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਮਾਂ ਦੀ ਰਤ, ਪਿਤਾ ਦੀ ਬਿੰਦ ਲੈ ਕੇ ਸਾਰਾ ਸੰਸਾਰ ਪੈਦਾ ਕਰ ਦਿੱਤਾ। ਇਹ ਉਸ ਅਕਾਲ ਪੁਰਖ ਦੀ ਇੰਨੀ ਸ਼ਕਤੀ ਹੈ। ਪੰਚ ਭੂ ਨਾਇਕੋ ਆਪ ਸਰੰਦਾ, ਹਜ਼ੂਰ ਫਰਮਾਉਂਦੇ ਹਨ ਕਿ ਭਾਈ ਪੰਜਾਂ ਤੱਤਾਂ ਨੂੰ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਸਿਰਜਣ ਵਾਲਾ ਹੈ, ਆਪ ਉਹਦਾ ਸਰਿੰਦਾ ਸਿਰਜਣਹਾਰ ਆਪ ਹੈ। ਪੰਜ ਤੱਤ ਆਪਣੇ ਆਪ ਵਿੱਚ ਕਦੇ ਖਤਮ ਹੋਣ ਵਾਲੇ ਨਹੀਂ। ਸਾਧ ਸੰਗਤ ਜੀ, ਕਈ ਵਾਰ ਵਿਦਵਾਨ ਐਨਾਲਿਸਿਸ ਕਰਦੇ ਨੇ ਕਿ ਪਾਣੀ ਖਤਮ ਹੋ ਜਾਏਗਾ, ਬਾਰਿਸ਼ ਨਹੀਂ ਪੈਣੀ, ਹੁਣ ਆਹ ਗੱਲ ਘਟ ਜਾਏਗੀ। ਇਹ ਜਿਹੜੇ ਤੱਤ ਨੇ ਸਾਧ ਸੰਗਤ ਜੀ, ਇਹ ਪਾਣੀ, ਧਰਤੀ, ਸੂਰਜ, ਧੁੱਪ, ਚਾਨਣ, ਇਹ ਜਿਹੜੇ ਪੰਜ ਤੱਤ ਹੈ ਨਾ, ਇਹ ਘਟਦੇ ਵੱਧਦੇ ਨਹੀਂ, ਪਰ ਇਹ ਆਪਣੇ ਆਪ ਵਿੱਚ ਇਕੱਲੇ ਕੁਝ ਵੀ ਨਹੀਂ ਹੈਗੇ। ਜਦੋਂ ਇਹਨਾਂ ਪੰਜਾਂ ਤੱਤਾਂ ਨੂੰ ਮਿਸ਼ਰਣ ਕਰਕੇ, ਜਿਵੇਂ ਵਿਗਿਆਨੀ ਸਾਧ ਸੰਗਤ ਜੀ ਵੱਡੀਆਂ ਵੱਡੀਆਂ ਦਵਾਈਆਂ ਤਿਆਰ ਕਰ ਦਿੰਦੇ ਹਨ, ਮੈਡੀਸਨ ਲੈਬੋਰਟਰੀਆਂ ਦੇ ਵਿੱਚ ਜਾ ਕੇ ਉਹਨਾਂ ਬਹੁਤ ਸਾਰੇ ਮਿਸ਼ਰਣਾਂ ਨੂੰ ਇਕੱਠਾ ਕਰਕੇ ਇੱਕ ਧਾਤ ਬਣਾ ਦਿੰਦੇ ਨੇ। ਉਹ ਪਰਮਾਤਮਾ ਕਿੱਡਾ ਵੱਡਾ ਵਿਗਿਆਨੀ ਹੈ, ਕਿੰਨੇ ਕੁ ਵਿਗਿਆਨੀ ਉਹਨੂੰ ਨਮਸਕਾਰਾਂ ਕਰਨਗੇ ਕਿ ਜਿਹੜਾ ਇਹਨਾਂ ਪੰਜ ਤੱਤਾਂ ਨੂੰ ਇਕੱਤਰ ਕਰਕੇ ਇੱਕ ਤੁਰਦੀ ਫਿਰਦੀ ਸਾਧ ਸੰਗਤ ਮੂਰਤ ਬਣਾ ਦਿੰਦਾ ਹੈ। ਇਸ ਕਰਕੇ ਉਹ ਆਪ ਸਰਿੰਦਾ ਸਿਰਜਣਹਾਰਾ ਆਪ ਹੈ ਪੰਜਾਂ ਤੱਤਾਂ ਨੂੰ। ਜਿਨ ਸੱਚ ਕਾ ਪਿੰਡ ਸਵਾਰਿਆ, ਇਹ ਦੇਖੋ ਸੱਚ ਦਾ ਪਿੰਡ ਸਰੀਰ ਜਿਹੜਾ ਹੈ, ਜਿਹਦੇ ਵਿੱਚ ਦਸਵਾਂ ਦਵਾਰ ਸੱਚਾ ਹੈ, ਜਿੱਥੇ ਟਿਕਾ ਹੋ ਕੇ ਸਾਧ ਸੰਗਤ ਪਰਮਾਤਮਾ ਦੇ ਨਾਮ ਦਾ ਬਹੁਤ ਹੀ ਝਨਕਾਰ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨੇ ਉਹ ਪਿੰਡ ਉਸਾਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਹਮ ਅਵਗਣਿਆਰੇ ਤੂੰ ਸੁਣ ਪਿਆਰੇ। ਤੇ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਸਾਡੇ ਤੇ ਵੀ ਕਿਰਪਾ ਕਰੋ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ ਇਸ ਤਰ੍ਹਾਂ ਭਾਈ ਬੇਨਤੀ ਕਰਿਆ ਕਰੋ, ਇੱਕ ਅੱਧਾ ਗੁਣ ਧਾਰਨ ਕਰਕੇ ਆਪਣੀ ਵਡਿਆਈ ਕਰਦੇ ਫਿਰਦੇ ਆ, ਪਰ ਜਦੋਂ ਸਤਿਗੁਰੂ ਦੀ ਬਾਣੀ ਦਾ ਆਨੰਦ ਲਵਾਂਗੇ, ਜੇ ਕੋ ਏਕ ਕਰਾ ਚੰਗਿਆਈ ਮਨ ਚਿਤ ਬਹੁਤ ਵਫਾਵਾ, ਇਤੇ ਗੁਣ ਇਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ। ਜਦੋਂ ਇਹ ਮਨ ਵਿੱਚ ਆਵੇਗਾ ਕਿ ਇੰਨੇ ਗੁਣ ਨੇ, ਇੰਨੇ ਪਰਮਾਤਮਾ ਦੇ ਵਿੱਚ ਪਰਉਪਕਾਰੀ ਸੁਭਾਅ ਨੇ, ਤੇ ਅਸੀਂ ਤਾਂ ਉਹਦੇ ਦਾਸ। ਸਤਿਗੁਰੂ ਜੀ ਪਾਤਸ਼ਾਹ ਜੀ ਕਹਿੰਦੇ, ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਫਿਰ ਪੜਿਓ ਜੀ, ਹਮ ਅਵਗਣਿਆਰੇ ਤੂੰ ਸੁਣ ਪਿਆਰੇ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਣਾਂ ਤੋਂ ਹੀਣੇ ਹਾਂ। ਹੇ ਮੇਰੇ ਪਿਆਰੇ ਵਾਹਿਗੁਰੂ, ਹੇ ਅਕਾਲ ਪੁਰਖ, ਸਾਡੀ ਬੇਨਤੀ ਸੁਣਨਾ ਕਰੋ ਜੀ। ਤੁਧ ਭਾਵੈ ਸੱਚ ਸੋਈ। ਉਹੀ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਨੂੰ ਭਾਵੇ ਤੇ ਉਹੀ ਹੋਵੇਗਾ ਅੱਗੇ ਨੂੰ ਵੀ। ਆਵਣ ਜਾਣਾ ਨਾ ਥੀਐ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਆਉਣ ਜਾਣ ਹੈ ਸੰਸਾਰ ਦਾ, ਜੇ ਆਪ ਜੀ ਦੀ ਕਿਰਪਾ ਹੋਵੇ ਫਿਰ ਇਹ ਸਮਾਪਤ ਹੋ ਸਕਦਾ, ਫਿਰ ਇਹਦੀ ਖਾਤਮਾ ਹੋ ਸਕਦਾ, ਇਹ ਤੋਂ ਮੁਕਤ ਹੋ ਸਕਦੇ ਹਾਂ। ਸਾਚੀ ਮਤ ਹੋਈ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੱਚੀ ਮੱਤ ਨੂੰ ਗ੍ਰਹਿਣ ਕਰ ਲਈਏ, ਜੇ ਆਪ ਦੀ ਮੱਤ ਨੂੰ ਗ੍ਰਹਿਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਧਾਰਨ ਕਰ ਲਈਏ, ਮੰਨ ਲਈਏ, ਤੇ ਫਿਰ ਜੰਮਣ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ। ਅੰਜਨ ਤੈਸਾ ਅੰਜੀਐ। ਹਜੂਰ ਫਰਮਾਉਂਦੇ ਹਨ ਕਿ ਭਾਈ ਅੰਜਨ ਨਾਮ ਹੈ ਸੁਰਮੇ ਦਾ। ਅੰਜਨ ਕਹਿੰਦੇ ਅੰਜੀਆ ਨਾਮ ਹੈ ਪਾਉਣ ਦਾ। ਕਹਿੰਦੇ ਭਾਈ ਇਹ ਸੁਰਮਾ ਕਿਸ ਤਰ੍ਹਾਂ ਦਾ ਪਾਉਣਾ ਚਾਹੀਦਾ ਹੈ? ਜੈਸਾ ਪਿਰ ਭਾਵੈ। ਜਿਸ ਤਰ੍ਹਾਂ ਪਤੀ ਨੂੰ ਭਾਵੇ। ਔਰਤਾਂ ਬੀਬੀਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੋਂ ਸਿੱਖਿਆ ਲਈ ਹੈ। ਕਹਿੰਦੇ ਭਾਈ ਬੀਬੀਆਂ ਉਸ ਢੰਗ ਦਾ ਸੁਰਮਾ ਪਾਉਂਦੀਆਂ ਹਨ, ਧਾਰੀਦਾਰ ਸੁਰਮਾ ਪਾਉਂਦੀਆਂ ਜਾਂ ਜਿਸ ਤਰ੍ਹਾਂ ਵੀ ਪਾਉਂਦੀਆਂ, ਜਿਸ ਤਰ੍ਹਾਂ ਪਤੀ ਨੂੰ ਭਾਵੇ। ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰੂ ਕੇ ਸਿੱਖਾ ਆਪਣੀ ਮਤ ਬੁੱਧ ਨੇਤਰਾਂ ਦੇ ਵਿੱਚ ਤੂੰ ਜਿਹੜਾ ਗਿਆਨ ਦਾ ਸੁਰਮਾ ਪਾਉਣਾ ਹੈ ਉਹ ਇਸ ਤਰ੍ਹਾਂ ਦਾ ਪਾਉਣਾ ਹੈ ਜਿਹੜਾ ਤੇਰੇ ਪਤੀ ਪਰਮਾਤਮਾ ਨੂੰ ਭਾ ਜਾਵੇ। ਐਵੇਂ ਤੂੰ ਆਪਣੇ ਮਤ ਦੀਆਂ ਡੀਂਗਾਂ ਨਾ ਮਾਰਦਾ ਰਹੀਂ, ਤੂੰ ਨਿਮਰਤਾ ਸਹਿਤ ਬੇਨਤੀਆਂ ਕਰੀ ਤਾਂ ਕਿ ਤੂੰ ਪਰਮਾਤਮਾ ਨੂੰ ਭਾ ਜਾਵੇਂ। ਤੂੰ ਆਪਣੀ ਮਤ ਤੇ ਬੁੱਧ ਦੇ ਵਿੱਚ ਉਹਨਾਂ ਸ਼ੁਭ ਗੁਣਾਂ ਦਾ ਗਿਆਨ ਦਾ ਸੁਰਮਾ ਇਸ ਢੰਗ ਨਾਲ ਪਾਵੇਂ। ਸਮਝੈ ਸੂਝੈ ਜਾਣੀਐ। ਹਜੂਰ ਫਰਮਾਉਂਦੇ ਹਨ ਕਿ ਸਮਝ ਕੇ, ਉਹ ਚੀਜ਼ ਨੂੰ ਬੁੱਝ ਕੇ, ਸਮਝ ਕੇ, ਸਿਆਣਪ ਦੇ ਨਾਲ ਉਹਨੂੰ ਜਾਣਨਾ ਕਰ। ਜੇ ਆਪ ਜਾਣਾਵੈ। ਜੇ ਭਾਈ ਆਪ ਜਨਾਵੈ। ਉੱਪਰ ਦੱਸਿਆ ਨੇ ਕਿ ਅੰਜਨ ਐਸਾ ਅੰਜੀ ਹੈ। ਕਹਿੰਦੇ ਤੂੰ ਉਸ ਨੂੰ ਇਸ ਢੰਗ ਦੇ ਨਾਲ ਸਮਝੀ ਕਿ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ।
ਜੇ ਅਸੀਂ ਆਪਣੇ ਢੰਗ ਦੀਆਂ ਕੁਝ ਹੇਰ ਫੇਰ ਗੱਲਾਂ ਚਲਾਕੀ ਦੀਆਂ ਚਤੁਰਾਈ ਦੀਆਂ ਕਰਾਂਗੇ, ਆਪਣੀ ਸਿਆਣਪ ਵਿਖਾਵਾਂਗੇ, ਪਰ ਭਾਈ ਉਹ ਤੇ ਪ੍ਰਮਾਤਮਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹ ਤੇ ਸਭ ਕੁਝ ਆਪ ਜਾਣਦਾ ਹੈ। ਆਪ ਜਾਣ ਆਵੈ ਮਾਰਗ ਪਾਵੈ। ਹਜ਼ੂਰ ਫਰਮਾਉਂਦੇ ਹਨ ਕਿ ਜੇ ਆਪ ਜਾਣਦਾ ਨਾ ਤਾਂ ਹੀ ਉਹ ਮਾਰਗ ਪਾਵੇਗਾ, ਤਾਂ ਹੀ ਸਾਨੂੰ ਰਸਤਾ ਦਿਖਾਵੇਗਾ ਨਾ। ਜਦੋਂ ਇਹ ਨਿਸ਼ਚਾ ਹੋਇਆ ਗੁਰੂ ਕੇ ਸਿੱਖਾਂ ਨੂੰ ਕਿ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਇਸ ਰਾਹ ਨੂੰ ਜਾਣਦਾ ਹੈ, ਆਪ ਸਾਨੂੰ ਇਸ ਸੰਸਾਰ ਬੀਆਬਾਨ ਚੋਂ ਪਾਰ ਅਵਤਾਰ ਕਰਨ ਵਾਸਤੇ ਸਮਰੱਥ ਹੈ। ਆਪੇ ਮਨੁਆ ਲੇਵਏ। ਤੇ ਆਪੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਇੱਧਰ ਉੱਧਰ ਭਟਕਣ ਤੋਂ ਰੋਕ ਲਵੇਗਾ, ਆਪੇ ਹੀ ਆਪਣੇ ਚਰਨਾਂ ਵਿੱਚ ਭੇਦ ਕਰ ਲਵੇਗਾ। ਕਰਮ ਸੁਕਰਮ ਕਰਾਏ ਆਪੇ। ਕਿਵੇਂ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ? ਆਪ ਜੁਗਤੀ ਦੱਸੋ। ਕਹਿੰਦੇ ਅਸੀਂ ਕਰਮ ਤਾਂ ਰੋਜ਼ ਹੀ ਕਰਦੇ ਹਾਂ, ਜਿਹਨੂੰ ਅਸੀਂ ਨਿੱਤ ਕਰਮ ਕਹਿੰਦੇ ਆ। ਕਰਮ ਤਾਂ ਰੋਜ਼ ਹੀ ਕਰਦੇ ਆ, ਪਰ ਸੁਕਰਮ ਕਹਿੰਦੇ ਫਿਰ ਉਹਨਾਂ ਸ਼ੁਭ ਕਰਮਾਂ ਨੂੰ, ਕਰਮਾਂ ਦੇ ਵਿੱਚੋਂ ਜੇ ਨਿੱਤ ਕਰਦੇ ਆ ਨਾ, ਉਹਨਾਂ ਦੇ ਵਿੱਚੋਂ ਉਦਮ ਬਖਸ਼ ਦੇਵੇਗਾ ਮਹਾਰਾਜ ਕਿ ਭਾਈ ਤੂੰ ਆਪਣੀ ਰੋਜੀ ਤੇ ਰੋਟੀ ਵਾਸਤੇ ਤੇ ਕਰਮ ਰੋਜ਼ ਕਰਦਾ, ਪਰ ਕਿਤੇ ਸ਼ੁਭ ਕਰਮ ਵੀ ਕੀਤੇ ਆ। ਤੂੰ ਕਿਤੇ ਗੁਰੂ ਘਰ ਗਿਆ, ਤੂੰ ਸੰਗਤ ਵਿੱਚ ਜਾ ਕੇ ਸੇਵਾ ਕੀਤੀ, ਤੂੰ ਕਿਤੇ ਨਾਮ ਜਪਿਆ, ਇਹ ਸ਼ੁਭ ਕਰਮ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਰਵਾ ਲਵੇਗਾ। ਕੀਮਤ ਕੌਣ ਅਭੇਵਏ। ਪਰ ਭਾਈ ਇਹਦੀ ਕੀਮਤ ਨਹੀਂ ਕੋਈ ਪਾ ਸਕਦਾ, ਉਹ ਆਪ ਭੇਵੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ। ਤੰਤ ਮੰਤ ਪਾਖੰਡ ਨਾ ਜਾਣਾ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿੰਨੇ ਮਰਜੀ ਕੋਈ ਜੰਤਰ ਮੰਤਰ ਕਰ ਲਵੇ, ਕਹਿੰਦੇ ਕੋਈ ਇਹਦੇ ਉੱਪਰ ਸ਼ਕਤੀ ਨਹੀਂ ਹੈ। ਜੋ ਸਾਨੂੰ ਮੰਤਰ ਦਿੱਤਾ ਨਾ ਮਹਾਰਾਜ ਨੇ, ਵਾਹਿਗੁਰੂ ਗੁਰ ਮੰਤਰ ਹੈ, ਜਾਂ ਸਾਨੂੰ ਮੂਲ ਮੰਤਰ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਾਂ ਜਪਜੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਕੱਲ ਸਮਾਂ ਮਿਲਿਆ ਤਾਂ ਦਾਸ ਬੇਨਤੀ ਕਰੇਗਾ ਕਿ ਇਹਦੇ ਉੱਪਰ ਕੋਈ ਭੂਤ ਪ੍ਰੇਤ, ਕੋਈ ਜੰਤਰ ਮੰਤਰ ਨਹੀਂ ਚੱਲ ਸਕਦਾ। ਜਿਹੜਾ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਜਪਜੀ ਸਾਹਿਬ ਹੀ ਪੜ੍ਹ ਲਵੇ, ਜਪਜੀ ਸਾਹਿਬ ਹੀ, ਜਪਜੀ ਸਾਹਿਬ ਦੀ ਐਡੀ ਵੱਡੀ ਮਹੱਤਤਾ ਹੈ। ਕੱਲ ਨੂੰ ਕੁਝ ਪ੍ਰਮਾਣ ਦੇ ਕੇ ਆਪ ਜੀ ਨਾਲ ਵਿਚਾਰਾਂ ਕਰਾਂਗੇ ਸਾਧ ਸੰਗਤ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਆਹ ਦੁਨੀਆ ਦੇ ਜੰਤਰ ਮੰਤਰ ਕਾਲੇ ਇਲਮ ਕਰਦੇ ਫਿਰਦੇ ਨੇ, ਨਹੀਂ ਚੱਲ ਸਕਦਾ ਕੋਈ ਵੀ ਗੁਰੂ ਕੇ ਸਿੱਖ ਦੇ ਉੱਪਰ। ਰਾਮ ਹਿਰਦੈ ਮਨ ਮਾਨਿਆ। ਕਹਿੰਦੇ ਜੇ ਭਾਈ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸ ਗਿਆ, ਇਹ ਗੁਰੂ ਕੇ ਸਿੱਖੋ, ਜੇ ਹਿਰਦੇ ਵਿੱਚ ਨਾਮ ਧਾਰਨ ਕਰ ਲਿਆ ਫਿਰ ਕੋਈ ਮੰਤਰ ਨਹੀਂ ਚੱਲ ਸਕਦਾ। ਅੰਜਨ ਨਾਮ ਤਿਸੈ ਤੇ ਸੂਝੈ। ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਰੂਪ ਅੰਜਨ ਹੈ, ਉਹ ਤਿਸੇ ਤੇ ਸੂਝੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਹੀ ਉਸ ਦੀ ਸੋਝੀ ਪੈਂਦੀ ਹੈ। ਗੁਰ ਸ਼ਬਦੀ ਸੱਚ ਜਾਣਿਆ। ਗੁਰੂ ਦੇ ਸ਼ਬਦ ਨੂੰ ਸਮਝ ਕੇ, ਕਮਾ ਕੇ, ਉਸ ਨੂੰ ਹਿਰਦੇ 'ਚ ਵਸਾ ਕੇ ਫਿਰ ਭਾਈ ਉਸ ਸੱਚੇ ਸਤਿਗੁਰੂ ਨੂੰ ਸਮਝਣਾ ਕੀਤਾ ਹੈ। ਸਾਜਨ ਹੋਵਨ ਆਪਣੇ। ਹਜ਼ੂਰ ਫਰਮਾਉਂਦੇ ਹਨ ਕਿ ਜਦੋਂ ਭਾਈ ਆਪਣੇ ਅਸਲੀ ਸਾਜਨ ਹੋਣ, ਆਪਣੇ ਮਿੱਤਰ ਹੋਣ, ਕਿਉਂ ਪਰ ਘਰ ਜਾਹੀ। ਜਿਵੇਂ ਬੀਬੀਆਂ ਨੂੰ, ਔਰਤਾਂ ਨੂੰ ਉਪਦੇਸ਼ ਦਿੱਤਾ ਨਾ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦੁਨਿਆਵੀ ਉਦਾਹਰਨਾਂ ਦੇ ਕੇ ਉਪਦੇਸ਼ ਬਖਸ਼ਦੇ ਆ ਕਿ ਭਾਈ ਸਾਜਨ ਹੋਵਣ ਆਪਣੇ, ਮਿੱਤਰਤਾ ਹੋਣ ਆਪਣੇ, ਤੇ ਦੁਸ਼ਮਣਾਂ ਦੇ ਘਰੇ ਜਾ ਕੇ ਉਹਨਾਂ ਨੂੰ ਸੱਜਣ ਬਣਾਉਂਦਾ ਫਿਰੇ। ਸਭ ਗੁਣ ਰੂਪ ਸੱਜਣ ਆਪਣੇ ਆ, ਔਗੁਣਾਂ ਨੂੰ ਤੂੰ ਜਾ ਕੇ ਜਿਹੜੇ ਦੁਸ਼ਮਣ ਹੈ ਉਹਨਾਂ ਨੂੰ ਸੱਜਣ ਸਮਝੀ ਬੈਠਾ ਨਾ। ਭਾਈ ਸਾਜਨ ਹੋਵਣ ਆਪਣੇ ਕਿਉਂ ਭਰ ਕਰ ਜਾਈ। ਕਹਿੰਦੇ ਜਦੋਂ ਆਪਣੇ ਗੁਰਸਿੱਖੀ ਦੇ ਘਰ ਦੇ ਵਿੱਚ ਸ਼ੁਭ ਗੁਣਾਂ ਦੇ ਸਾਜਨ ਬੇਅੰਤ ਹਨ, ਜਿਨ੍ਹਾਂ ਨੂੰ ਮਿਲ ਕੇ, ਜਿਨ੍ਹਾਂ ਨੂੰ ਧਾਰਨ ਕਰਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ, ਫਿਰ ਹੋਰਨਾਂ ਥਾਵਾਂ ਤੇ ਜਾ ਕੇ, ਹੋਰਨਾਂ ਪਗੜਨੀਆਂ ਤੇ ਜਾ ਕੇ ਦੁਸ਼ਮਣਾਂ ਨੂੰ ਮਿੱਤਰ ਸਮਝ ਕੇ ਕਿਉਂ ਧੋਖਾ ਖਾਣਾ ਹੈ। ਸਾਜਨ ਰਾਤੇ ਸੱਚ ਕੇ। ਸਾਜਨ ਜਿਹੜੇ ਭਾਈ ਉਹ ਰਤੇ ਹੋਏ ਸੱਚੇ ਪ੍ਰਮਾਤਮਾ ਦੇ ਨਾਮ ਵਿੱਚ। ਸੰਗੇ ਮਨ ਮਾਹੀ। ਤੇ ਨਾਲ ਹੀ ਕਹਿੰਦੇ ਭਾਈ ਸਾਡਾ ਮਨ ਵੀ, ਜੇ ਅਸੀਂ ਸੱਜਣ ਉਹਨਾਂ ਨੂੰ ਮੰਨ ਲੈਣਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ। ਜਦੋਂ ਕਹਿੰਦੀ ਉਹਨਾਂ ਨੂੰ ਸੱਜਣ ਮੰਨ ਲਿਆ ਫਿਰ ਸਾਡਾ ਵੀ ਭਲਾ ਹੋ ਜਾਵੇਗਾ। ਮਨ ਮਾਹੇ ਸਾਜਨ ਕਰਹਿ ਰਲਿਆ। ਫਿਰ ਕਹਿੰਦੇ ਜਦੋਂ ਉਸ ਸੱਚੇ ਨੂੰ ਅਸੀਂ ਮੰਨ ਲਿਆ ਸਾਜਨ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ,
ਕਹਿੰਦੇ ਭਾਈ ਫਿਰ ਅਸੀਂ ਉਹਦੇ ਨਾਲ ਆਨੰਦ ਦੇ ਨਾਲ ਪ੍ਰਮਾਤਮਾ ਦੀ ਇਹ ਭੇਟਾਂ ਦੀਆਂ ਰਲੀਆਂ ਆਨੰਦ ਮਾਣ ਲਵਾਂਗੇ। ਕਰਮ ਧਰਮ ਸਬਾਇਆ। ਇਹੀ ਭਾਈ ਸਾਰੇ ਮੰਨ ਲਓ, ਜਿਹਨੇ ਸਤਿਗੁਰੂ ਪਾਤਸ਼ਾਹ ਦੀ ਭਗਤੀ ਕਰ ਲਈ, ਨਾਮ ਸਿਮਰਨ ਵਿੱਚ ਲੀਨ ਹੋ ਗਏ, ਗੁਰੂ ਕੇ ਸਾਧੂ ਸੰਤਾਂ ਮਹਾਤਮਾ ਦੀ ਭਾਉ ਭਗਤੀ ਵਾਲਿਆਂ ਦਾ ਸੰਗ ਤੇ ਸੇਵਾ ਕਰ ਲਈ, ਸਮਝੋ ਉਹਨੇ ਸਾਰੇ ਹੀ ਧਰਮ ਕਰ ਲਏ, ਸਾਰੇ ਧਰਮਾਂ ਦੀ ਪ੍ਰਾਪਤੀ ਹੋ ਗਈ। ਤੇ ਸਾਰੇ ਕਰਮ ਜਿੰਨੇ ਨਿਉਲੀ ਕਰਮ, ਜਿੰਨੇ ਸਾਧ ਸੰਗ ਜੀ ਨਿਤ ਨਿਮਿਤ ਕਰਮ ਮੰਨੇ ਨੇ, ਕਹਿੰਦੇ ਸਮਝੋ ਸਾਰੇ ਹੀ ਕਰ ਲਏ ਉਹਨੇ, ਕੋਈ ਬਾਕੀ ਨਹੀਂ ਬਚਿਆ। 68 ਤੀਰਥ ਪੁੰਨ ਪੂਜਾ। ਕਹਿੰਦੇ ਭਾਈ ਇਸੇ ਤਰ੍ਹਾਂ 68 ਤੀਰਥਾਂ ਦੀ ਉਹਨਾਂ ਨੂੰ ਮਹੱਤਤਾ ਮਿਲ ਜਾਂਦੀ ਹੈ ਤੇ ਅਨੇਕ ਪ੍ਰਕਾਰ ਦੀ ਜਿਵੇਂ ਪੂਜਾ ਮੰਨੀ ਗਈ ਦੇਵੀ ਦੇਵਤਿਆਂ ਦੀ, ਉਹ ਵੀ ਉਹਨਾਂ ਨੂੰ ਉਸ ਤੋਂ ਵੀ ਵੱਡਾ ਮਹਾਤਮ ਮਿਲ ਜਾਂਦਾ ਹੈ। ਨਾਮ ਸਾਚਾ ਭਾਇਆ। ਇਹਨਾਂ ਨੂੰ ਮਿਲਦਾ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਨਾਮ ਤੇ ਭਾਵਨਾ ਬਣ ਗਈ, ਜਿਨ੍ਹਾਂ ਨੂੰ ਭਾ ਗਿਆ ਪ੍ਰਮਾਤਮਾ ਦਾ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਨੂੰ ਭਾਈ ਇਹ ਨਾਮ ਭਾ ਗਿਆ, ਉਹਨਾਂ ਨੇ ਹਰ ਤਰ੍ਹਾਂ ਦੀ ਪੂਜਾ ਕਰ ਲਈ। ਆਪ ਸਾਜੇ ਥਾਪ ਵੇਖੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਹੀ ਥਾਪਿਆ ਉਹਨਾਂ ਨੇ ਤੇ ਆਪ ਹੀ ਉਹ ਸਾਨੂੰ ਵੇਖ ਰਿਹਾ ਵੀ ਕੀ ਕਰਦੇ ਨੇ, ਉਹਦੇ ਤੋਂ ਕੋਈ ਭੁੱਲਿਆ ਹੋਇਆ ਨਹੀਂ ਜੋ ਅਸੀਂ ਕਰਮ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਥਾਪ ਕੇ ਸਥਿਤ ਕਰਕੇ ਸਾਨੂੰ, ਆਪ ਹੀ ਸਾਡਾ ਸਾਰਾ ਕਰਮ ਵੇਖ ਰਿਹਾ ਹੈ। ਤਿਸੈ ਭਾਣਾ ਭਾਇਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਵਿਰਲੇ ਹਨ ਜਿਹੜੇ ਉਹਦੇ ਭਾਣੇ ਵਿੱਚ ਪ੍ਰਸੰਨ ਰਹਿ ਕੇ ਉਹਦੇ ਭਾਣੇ ਨੂੰ ਮੰਨਦੇ ਹਨ। ਸਾਜਨ ਰੰਗ ਰੰਗੀਲੜੇ। ਹਜੂਰ ਫਰਮਾਉਂਦੇ ਹਨ ਕਿ ਜਿਹੜੇ ਸਾਡੇ ਸੱਜਣ ਹੈ ਨਾ, ਉਹ ਖੁਸ਼ਕ ਨਹੀਂ ਹੈ, ਉਹ ਗਾਲਾਂ ਕੱਢਣ ਵਾਲੇ ਨਹੀਂ, ਉਹ ਬੁਰਾ ਬੋਲਣ ਵਾਲੇ ਨਹੀਂ, ਉਹ ਸਾਧ ਸੰਗਤ ਜੀ ਖੋਟਾ ਉਪਦੇਸ਼ ਦੇਣ ਵਾਲੇ ਨਹੀਂ, ਉਹ ਮਾੜਾ ਉਪਦੇਸ਼ ਦੇਣ ਵਾਲੇ ਨਹੀਂ। ਸਾਜਨ ਰੰਗ ਰੰਗੀਲੇ ਨੇ, ਕਹਿੰਦੇ ਉਹ ਤੇ ਆਪ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਐ, ਇਸ ਕਰਕੇ ਅਸੀਂ ਉਹਨਾਂ ਨੂੰ ਸੱਜਣ ਬਣਾਇਆ ਹੋਇਆ ਹੈ। ਰੰਗ ਲਾਲ ਬਣਾਇਆ। ਲਾਲ ਰੰਗ ਤੇ ਇਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਹੀ ਨੇ ਲਾਗਾ ਦਾਗਾ, ਕਹਿੰਦੇ ਉਹ ਪ੍ਰਮਾਤਮਾ ਦਾ ਪ੍ਰੇਮ ਰੰਗ ਲਾਲ ਬਣਾਇਆ ਹੋਇਆ ਹੈ। ਅੰਦਾ ਆਗੂ ਜੇਥੀਆ। ਹੁਣ ਕਹਿੰਦੇ ਭਾਈ ਇੱਕ ਹੋਰ ਉਪਦੇਸ਼ ਸੁਣ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਗੁਰੂ ਬਣੇ ਬੈਠੇ ਨੇ, ਬੜੇ ਉਪਦੇਸ਼ਕ ਬਣੇ ਬੈਠੇ ਨੇ। ਮਹਾਰਾਜ ਕਹਿੰਦੇ ਭਾਈ ਧਿਆਨ ਦਿਓ, ਅੰਧਾ ਆਗੂ ਜੇਥੀਆ, ਕਹਿੰਦੇ ਜੇ ਗੁਰੂ ਹੀ ਅੰਧਾ ਹੋਵੇ, ਉਹਨੂੰ ਗਿਆਨ ਹੀ ਕੋਈ ਨਾ ਹੋਵੇ, ਉਹਦੀਆਂ ਮਤ ਤੇ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਹੀ ਨਾ ਹੋਵੇ, ਆਪ ਅੰਨਾ ਹੋਵੇ, ਕਿਉਂ ਪਾਦਰ ਜਾਣੈ। ਕਹਿੰਦੇ ਦੱਸੋ ਉਹ ਕਿਵੇਂ ਰਸਤਾ ਜਾਣੇਗਾ, ਉਹ ਪੱਧਰੇ ਰਸਤੇ ਤੇ ਕਿਵੇਂ ਤੋਰ ਦੇਵੇਗਾ। ਆਪ ਮੁਸੈ ਮਤ ਹੋਛੀਐ। ਕਹਿੰਦੇ ਆਪ ਤਾਂ ਲੁੱਟਿਆ ਹੀ ਜਾਵੇਗਾ, ਆਪ ਤਾਂ ਖੂਹ 'ਚ ਡਿੱਗੇਗਾ ਹੀ, ਕਿਉਂਕਿ ਉਹਨੂੰ ਆਪ ਹੀ ਗਿਆਨ ਦਾ ਪ੍ਰਕਾਸ਼ ਨਹੀਂ, ਉਹ ਸਾਨੂੰ ਗਿਆਨ ਦੇ ਰਸਤੇ ਤੇ ਕਿਵੇਂ ਤੋਰ ਦੇਵੇਗਾ। ਅੰਧਾ ਆਗੂ ਜੇਥੀ ਆ, ਕਹਿੰਦੇ ਜੇ ਸਮਝ ਲਓ ਭਾਈ ਕਿ ਜਿਹੜਾ ਆਪ ਹੀ ਬਣ ਕੇ ਗੁਰੂ ਬੈਠਾ ਤੇ ਆਪ ਹੀ ਅੰਨਾ ਹੈ, ਤੇ ਉਹ ਕਿਸੇ ਨੂੰ ਹੋਰ ਕਿਵੇਂ ਤਾਰ ਦੇਵੇਗਾ, ਆਪ ਵੀ ਡੁੱਬੇਗਾ, ਆਪ ਵੀ ਸਾਧ ਸੰਗਤ ਜੀ ਵਿਸ਼ਿਆਂ ਵਿਕਾਰਾਂ ਵਿੱਚ ਪੈ ਕੇ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਜੇਲ੍ਹਾਂ ਕੱਟਦਾ ਫਿਰੇਗਾ, ਉਹ ਨਹੀਂ ਕਿਸੇ ਰਾਹ ਪਾ ਸਕਦਾ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਆਪ ਕਿਰਪਾ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹਨਾਂ ਅੰਨਿਆਂ ਆਗੂਆਂ ਦੇ ਗੁਰੂਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ, ਤੇ ਕੇਵਲ ਰਾਹ ਜਨਾਉਣ ਵਾਲਾ ਪ੍ਰਮਾਤਮਾ ਦਾ ਨਾਮ ਹੈ, ਧੰਨ ਗੁਰੂ ਗ੍ਰੰਥ ਸਾਹਿਬ ਹੈ। ਕਿਉਂ ਰਾਹੋ ਪਛਾਣੈ। ਅੱਗੇ ਪੜ੍ਹ। ਆਪ ਮੁਸੈ ਮਤ ਹੋਛੀਐ, ਕਿਉਂ ਰਾਹੋ ਪਛਾਣੈ। ਕਹਿੰਦੇ ਭਾਈ ਆਪ ਮਤ ਹੋਛੀ ਹੈ, ਉਹਨਾਂ ਦੀ ਆਪਣੀ ਮਤ ਸੀ ਥੋੜੀ, ਆਪਣੀ ਮਤ ਸੀ ਖੋਟੀ, ਇਸ ਕਰਕੇ ਆਪ ਤਾਂ ਉਹ ਲੁੱਟੇ ਹੀ ਗਏ ਤੇ ਰਾਹ ਜਾਣਦੇ ਹੀ ਨਹੀਂ ਸੀ, ਪ੍ਰਮਾਤਮਾ ਦੇ ਨਾਮ ਜਪਣ ਦਾ ਤਾਂ ਰਾਹ ਜਾਣਦੇ ਹੀ ਨਹੀਂ ਸੀ। ਇਸ ਕਰਕੇ ਉਹਨਾਂ ਨੇ ਆਪਣੇ ਸੇਵਕਾਂ ਨੂੰ, ਚੇਲਿਆਂ ਨੂੰ, ਮਗਰ ਲੱਗਣ ਵਾਲਿਆਂ ਨੂੰ ਕਿੱਥੋਂ ਕੋਈ ਰਾਹ ਪਾ ਦੇਣਾ ਸਹੀ। ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਾਧ ਸੰਗਤ ਜੀ ਇਹ ਪ੍ਰਗਟ ਦੇ ਹੈ, ਇਸ ਕਰਕੇ ਦੰਭੀਆਂ ਪਖੰਡੀਆਂ ਦੇ ਮਗਰ
ਕਦੇ ਨਹੀਂ ਭੁੱਲ ਕੇ ਜਾਣਾ ਚਾਹੀਦਾ। ਕਿਉ ਰਾਹ ਜਾਵੇ ਮਹਿਲ ਪਾਵੇ। ਕਹਿੰਦੇ ਭਾਈ ਫਿਰ ਜੇ ਅੰਧਿਆਂ ਦੇ ਮਗਰ ਲੱਗੇ, ਖੋਟਿਆਂ ਦੇ ਮਗਰ ਲੱਗੇ, ਕਿਉਂ ਰਾਹ ਜਾਵੇ? ਫਿਰ ਕਹਿੰਦੇ ਉਸ ਰਸਤੇ ਤੇ ਤੁਰਿਆ ਕਿਵੇਂ ਮਹਿਲ ਪਾਵੇ? ਫਿਰ ਉਹ ਪ੍ਰਮਾਤਮਾ ਰੂਪੀ ਉਸ ਮਹੱਲ ਨੂੰ ਕਿਵੇਂ ਪ੍ਰਾਪਤ ਕਰ ਲੇਗਾ? ਉਹ ਨਿਜ ਸਰੂਪ ਦੇ ਵਿੱਚ ਕਿਵੇਂ ਪਹੁੰਚ ਜਾਏਗਾ? ਉਹ ਦਸਮ ਦਵਾਰ ਵਿੱਚ ਕਿਵੇਂ ਟਿਕਾ ਕਰ ਲਵੇਗਾ? ਉਹ ਪ੍ਰਮਾਤਮਾ ਵਿੱਚ ਭੇਦ ਕਿਵੇਂ ਹੋ ਜਾਵੇਗਾ ਜਦੋਂ ਉਸ ਰਾਹ ਤੇ ਨਹੀਂ ਤੁਰਿਆ? ਇਸ ਕਰਕੇ ਰਾਹ ਜਾਣਦਾ ਹੀ ਨਹੀਂ ਸੀ ਉਹ, ਸਾਨੂੰ ਉਹਨੇ ਝੂਠੇ ਖੋਟੇ ਰਾਹਾਂ ਤੇ ਪਾਇਆ ਹੋਇਆ ਸੀ। ਇਸ ਕਰਕੇ ਆਓ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਅਸਲੀ ਮਹੱਲ ਨੂੰ ਪ੍ਰਾਪਤ ਕਰੀਏ। ਅੰਧ ਕੀ ਮਤ ਅੰਧਲੀ। ਕਿਉਂਕਿ ਭਾਈ ਅੰਧੇ ਦੀ ਮਤ ਵੀ ਤਾਂ ਅੰਧਲੀ ਹੋਵੇਗੀ ਨਾ। ਵਿਣ ਨਾਮ ਹਰ ਕੇ ਕਛ ਨਾ ਸੂਝੈ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਹਿੰਦੇ ਹੋਰ ਕੋਈ ਸੋਝੀ ਦੇਣ ਵਾਲਾ ਨਹੀਂ ਹੈ। ਅੰਧ ਬੂਢਾ ਧੰਦਲੀ। ਕਹਿੰਦੇ ਭਾਈ ਅਖੀਰ ਨੂੰ ਅੰਤ ਆਈ ਦੇ ਵਿੱਚ ਪੈ ਕੇ ਸਾਨੂੰ ਅਖੀਰਲੇ ਇਹਨਾਂ ਖੋਟਿਆਂ ਧੰਦਿਆਂ ਦੇ ਵਿੱਚ ਪਾ ਦੇਵੇਗਾ। ਦਿਨ ਰਾਤ ਚਾਨਣ ਚਾਓ ਉਪਜੈ। ਕਹਿੰਦੇ ਭਾਈ ਹੁਣ ਅਸਲ ਰਾਹ ਦੱਸਦੇ ਨੇ। ਕਹਿੰਦੇ ਉਹਨਾਂ ਨੂੰ ਦਿਨ ਰਾਤ ਦਿਨ ਰਹਿਣ ਪਰਮਾਤਮਾ ਦੇ ਨਾਮ ਜਪਣ ਦਾ ਚਾਓ ਮਨ ਵਿੱਚ ਉਪਜਦਾ ਹੈ। ਸ਼ਬਦ ਗੁਰ ਕਾ ਮਨ ਵਸੈ। ਇਹਨਾਂ ਨੂੰ ਉਪਜਦਾ ਭਾਈ ਜਿਹਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਾਨੂੰ ਦੱਸਿਆ ਨਾ ਸ਼ਬਦ ਦੇ ਸ਼ੁਰੂ ਵਿੱਚ। ਕਹਿੰਦੇ ਜੇ ਪਰਮਾਤਮਾ ਦੇ ਨਾਮ ਸ਼ਬਦ ਨੂੰ ਅਸੀਂ ਹਿਰਦੇ ਵਿੱਚ ਧਾਰਨ ਕੀਤਾ ਤੇ ਨਾਮ ਜਪਿਆ, ਉਸ ਸ਼ਬਦ ਦੀ ਕਮਾਈ ਕੀਤੀ, ਤੇ ਫਿਰ ਦਿਨ ਰਾਤ ਮਨ ਦੇ ਵਿੱਚ ਚਾਓ ਪੈਦਾ ਹੋਵੇਗਾ। ਤਿੰਨਾਂ ਦੇਖ ਮਨ ਚਾਓ ਠੰਡਾ, ਫਿਰ ਮਨ ਦੇ ਵਿੱਚ ਚਾਅ ਪੈਦਾ ਹੋਵੇਗਾ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਆ। ਕਰ ਜੋੜ ਗੁਰ ਪਹਿ ਕਰ ਬੇਨੰਤੀ। ਹੁਣ ਕਹਿੰਦੇ ਗੁਰੂ ਕੇ ਸਿੱਖ ਤੂੰ ਅਰਦਾਸ ਕਰ ਨਾਮ ਹੈ ਹੱਥ ਦਾ, ਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਦਰ ਤੇ ਬੇਨਤੀ ਕਰਨੀ ਕਰ। ਰਾਹੋ ਪਾਦਰ ਗੁਰ ਦਸੈ। ਤਾਂ ਫਿਰ ਇਹ ਅਸਲੀ ਰਾਹ ਜਿਹੜਾ ਨਾ, ਜਿਹੜਾ ਪੱਧਰਾ ਰਾਹ ਹੈ, ਗੁਰਮਤ ਦਾ ਗਾਡੀ ਰਾਹ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਦੇਣ। ਮਨ ਪਰਦੇਸੀ ਜੇ ਥੀਐ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਮਨ ਪਰਦੇਸੀ ਜੇ ਥੀਐ। ਜੇ ਇਹ ਮਨ ਹੈ, ਆਪਾਂ ਸਮਝਦੇ ਹਾਂ ਅਸੀਂ ਮਾਲਵੇ ਵਾਲੇ ਹਾਂ, ਅਸੀਂ ਮਾਝੇ ਵਾਲੇ ਹਾਂ, ਅਸੀਂ ਦੁਆਬੇ ਵਾਲੇ ਹਾਂ। ਦੂਜਾ ਕਹਿੰਦਾ ਜੀ ਮੈਂ USA ਦਾ, ਹੁਣ ਉੱਥੋਂ ਦੀ ਨੈਸ਼ਨੈਲਿਟੀ ਮਿਲ ਗਈ ਮੈਨੂੰ, ਮੈਂ ਵਸਨੀਕ ਹੋ ਗਿਆ ਕੈਨੇਡਾ ਦਾ। ਕਹਿੰਦੇ ਇਹ ਮਨ ਵਿੱਚ ਬੜੇ ਭੁਲੇਖੇ ਪਏ ਆ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਏ। ਇਹ ਤੇ 4 ਦਿਨ ਦਾ ਘਰ ਹੈ। ਇਹ ਬੜੇ ਵੱਡੇ ਭੁਲੇਖਿਆਂ 'ਚ ਪਏ ਹੋਏ ਆ ਅਸੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਜੇ ਤੂੰ ਅਸਲੀ ਘਰ ਨੂੰ ਜਾਣ ਲਵੇਂ ਤੇ ਫਿਰ ਤੇਰੇ ਭੁਲੇਖੇ ਦੂਰ ਹੋ ਸਕਦੇ ਹਨ। ਮਨ ਪਰਦੇਸੀ ਜੇ ਥੀ ਹੈ। ਕਹਿੰਦੇ ਜੇ ਤੂੰ ਸਮਝ ਲਵੇਂ ਕਿ ਮੈਂ ਤਾਂ ਪ੍ਰਦੇਸ਼ ਵਿੱਚ ਐ, ਜਿੰਨੇ ਮਰਜ਼ੀ ਕੋਈ ਭਾਈ ਆਪਣੇ ਮਿੱਤਰ ਦੋਸਤ ਭਰਾ ਗਏ ਹੋਣ ਬਾਹਰ, ਤੇ ਆਪਾਂ ਕਹਿੰਦੇ ਆ ਸਾਡਾ ਬੇਟਾ ਪ੍ਰਦੇਸ਼ ਗਿਆ, ਸਾਡਾ ਭਰਾ ਪ੍ਰਦੇਸ਼ ਗਿਆ। ਦੇਸ਼ ਕਿਹਨੂੰ ਸਮਝਦੇ ਆ? ਜਿੱਥੇ ਅਸੀਂ ਪੱਕੇ ਰਹਿੰਦੇ ਆ। ਮਹਾਰਾਜ ਕਹਿੰਦੇ ਪੱਕਾ ਦੇਸ਼ ਇਹ ਵੀ ਨਹੀਂਗਾ, ਅਸਲੀ ਤੂੰ ਦੇਸ਼ ਨੂੰ ਸਮਝਣਾ ਕਰ। ਮਨ ਪਰਦੇਸੀ ਜੇ ਥੀ ਹੈ। ਜੇ ਸਾਡਾ ਮਨ ਹੀ ਸਮਝ ਲਵੇ ਕਿ ਇਹ ਜਿਹੜੀ ਦੇਹ ਹੈ ਇਹ ਇੱਕ ਪ੍ਰਦੇਸ਼ ਦੇ ਨਿਆਈ ਹੈ, ਇਹਦੇ ਵਿੱਚ ਸਾਡਾ ਵਸਨੀਕ ਸਭ ਦੇਸ਼ ਪਰਾਇਆ। ਤੇ ਫਿਰ ਸਾਰਾ ਦੇਸ਼ ਵੀ ਪਰਾਇਆ ਪ੍ਰਤੀਤ ਹੋਵੇਗਾ ਜਦੋਂ ਆਪਣੀ ਦੇਹ ਨੂੰ ਹੀ ਪਰਾਈ ਮੰਨ ਲਿਆ। ਕਿਸ ਪੈ ਖੋਲੋ ਗੰਠੜੀ। ਕਹਿੰਦੇ ਭਾਈ ਇਹ ਹੁਣ ਜਿਹੜੇ ਦੁੱਖਾਂ ਦੀ ਗੰਢੜੀ ਆ ਕਿਹਦੇ ਪਾਸ ਖੋਲੀਏ? ਕਿਹੜਾ ਐਸਾ ਵੈਦ ਹੈ, ਕਿਹਨੂੰ ਇਹ ਦੱਸਣਾ ਕਰੀਏ? ਦੁਖੀ ਭਰ ਆਇਆ। ਸਾਰਾ ਸੰਸਾਰ ਹੀ ਕਹਿੰਦੇ ਦੁੱਖਾਂ ਦੇ ਨਾਲ ਭਰਿਆ ਹੋਇਆ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਕਹਿੰਦੇ ਭਾਈ ਉਸ ਪ੍ਰਮਾਤਮਾ ਤੋਂ ਬਿਨਾ ਦੱਸੋ ਇਹ ਦੁੱਖ ਕਿਹਨੂੰ ਦੱਸਣਾ ਕਰੀਏ? ਦੁਖੀ ਭਰ ਆਇਆ ਜਗਤ ਸਬਾਇਆ। ਕਹਿੰਦੇ ਸਾਰਾ ਜਗਤ ਹੀ ਦੁੱਖਾਂ ਦਾ ਭਰਿਆ ਹੋਇਆ ਹੈ। ਕੌਣ ਜਾਣੈ ਵਿਦ ਮੇਰੀਆ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਦੇ ਸੋਚ ਕੇ ਵੇਖੀ ਕਿ ਮੇਰੀ ਅੰਦਰਲੀ ਵਿਧੀ ਨੂੰ, ਮੇਰੀ ਅੰਦਰ ਦੀ ਹਾਲਤ ਨੂੰ ਕੌਣ ਸਮਝ ਸਕਦਾ ਹੈ? ਕੌਣ ਮੈਨੂੰ ਸਮਝਾ ਸਕਦਾ ਹੈ? ਆਵਣੇ ਜਾਵਣੇ ਖਰੇ ਡਰਾਵਣੇ। ਕਹਿੰਦੇ ਜਦੋਂ ਭਾਈ ਜਿਹੜੇ ਸਾਰੇ ਹੀ ਵੇਖ ਲਿਆ ਕਿ ਸਾਰਾ ਸੰਸਾਰ ਆਵਾਗਾਉਣ ਸੰਸਾਰ ਹੈ, ਇਹ ਸਾਰਾ ਹੀ ਆਉਣ ਜਾਣ ਵਾਲਾ ਸੰਸਾਰ ਹੈ, ਤੇ ਖਰੇ ਡਰਾਵਣੇ। ਕਹਿੰਦੇ ਭਾਈ ਜਿਹੜਾ ਪ੍ਰਲੋਕ ਹੈ ਤੇ ਪਤਾ ਹੈ ਕਿ ਅਖੀਰ ਨੂੰ ਜਮਦੂਤਾਂ ਨੇ ਫੜ ਕੇ ਲੈ ਜਾਣਾ ਹੈ,
ਉਹ ਡਰ ਵੀ ਸਿਰ ਤੇ ਖੜਾ ਹੈ। ਟੋਟ ਨਾ ਆਵੈ ਫੇਰੀਆ। ਇਹ ਫੇਰਿਆਂ ਦੀ 84 ਲੱਖ ਦੇ ਫੇਰੇ ਹਨ, ਇਹਦੀ ਤੋੜ ਤਾਂ ਆਉਣੀ ਨਹੀਂ ਵੀ ਇੱਕ ਫੇਰਾ ਮੁੱਕ ਗਿਆ ਤੇ ਫਿਰ ਮੁੱਕ ਜਾਣਗੇ। ਨਹੀਂ ਭਾਈ, ਇਹ ਕਦੇ ਤੋਟ ਨਹੀਂ ਆਉਂਦੀ ਇਹਨਾਂ ਦੀ। ਨਾਮ ਵਿਹੂਣੇ ਊਣੇ ਝੂਣੇ। ਜਿਹੜੇ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਤੋਂ ਵਿਹੂਣੇ ਆ, ਉਹ ਊਣੇ ਆ, ਭਰੇ ਹੋਏ ਨਹੀਂ, ਤੇ ਉਹ ਨਿਮੋ ਝਾਣੇ ਨੇ, ਪਛਤਾਉਂਦੇ ਨੇ। ਨਾ ਗੁਰ ਸ਼ਬਦ ਸੁਣਾਇਆ। ਨਾ ਉਹਨਾਂ ਨੇ ਗੁਰੂ ਕਾ ਸ਼ਬਦ ਸੁਣਿਆ ਤੇ ਨਾ ਹੀ ਗੁਰੂ ਕਾ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ। ਕਹਿੰਦੇ ਭਾਈ, ਪਰ ਜੇ ਇਹ ਗੱਲ ਸਮਝੀ ਹੁੰਦੀ, ਆਪਣੇ ਮਨ ਨੂੰ ਸਮਝਿਆ ਹੁੰਦਾ ਕਿ ਇਹ ਦੇਹ ਪ੍ਰਦੇਸ਼ ਦੇ ਤਰ੍ਹਾਂ ਹੀ ਹੈ, ਸਭ ਦੇਸ ਪਰਾਇਆ। ਫਿਰ ਸਾਰੇ ਦੇਸ਼ ਨੂੰ ਪਰਾਇਆ ਸਮਝ ਲੈਣਾ ਸੀਗਾ ਕਿ ਸਾਰਾ ਦੇਸ਼ ਹੀ ਪਰਾਇਆ ਹੈ। ਗੁਰ ਮਹਿਲੀ ਘਰ ਆਪਣਾ। ਹਜ਼ੂਰ ਫਰਮਾਉਂਦੇ ਹਨ ਕਿ ਜਦੋਂ ਗੁਰੂ ਦੇ ਦਰ ਤੇ ਆਏ, ਇਹ ਵੱਡੇ ਮਹੱਲ ਨੇ, ਤੇ ਆਪਣੇ ਨਿਜ ਸਰੂਪ ਦਸਮ ਦਵਾਰ ਦੇ ਵਿੱਚ ਆਪਣੇ ਮਹੱਲ ਦੀ ਪਛਾਣ ਕੀਤੀ। ਸੋ ਭਰਪੁਰ ਲੀਣਾ। ਪਹਿਲਾਂ ਕਹਿੰਦੇ ਨਾ ਜਿਹੜੇ ਨਾ ਵੀ ਊਣੇ ਝੂਣੇ, ਹੁਣ ਕਹਿੰਦੇ ਜਿਨ੍ਹਾਂ ਨੇ ਭਾਈ ਆਪਣੇ ਗੁਰੂ ਦੇ ਦੁਆਰਾ ਸ਼ਬਦ ਦੀ ਪਛਾਣ ਕੀਤੀ ਤੇ ਆਪਣੇ ਨਿਜ ਸਰੂਪ ਨੂੰ ਪਛਾਣ ਲਿਆ, ਉਹ ਲਵਾ ਲਵਾ ਗੁਣਾਂ ਨਾਲ ਭਰੇ ਹੋਏ ਹਨ। ਸੇਵਕ ਸੇਵਾ ਤਾਂ ਕਰੇ। ਕਹਿੰਦੇ ਭਾਈ ਉਹ ਗੁਰੂ ਕਾ ਸੇਵਕ ਸੇਵਾ ਇਸ ਲਈ ਕਰਦਾ ਹੈ, ਸੱਚ ਸ਼ਬਦ ਪਤੀਣਾ। ਕਿਉਂਕਿ ਉਹਦਾ ਮਨ ਜਿਹੜਾ ਹੈ ਸੱਚੇ ਸ਼ਬਦ ਵਿੱਚ ਪਤੀਜ ਗਿਆ। ਉਹਨੇ ਮੰਨ ਲਿਆ ਕਿ ਪਰਮਾਤਮਾ ਦੇ ਨਾਮ ਵਿੱਚ ਸੁੱਖ ਹੈ, ਪਰਮਾਤਮਾ ਦਾ ਨਾਮ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦੀ ਦਾਤ ਦੇ ਸਕਦਾ ਹੈ। ਇਸ ਕਰਕੇ ਉਹ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਤਤਪਰ ਹੁੰਦੇ ਹਨ। ਸ਼ਬਦੇ ਪਤੀਜੈ ਅੰਕ ਭੀਜੈ। ਉਹ ਭਾਈ ਸ਼ਬਦ ਦੇ ਵਿੱਚ ਇਸ ਤਰ੍ਹਾਂ ਭੇਦ ਹੋ ਜਾਂਦੇ ਐ, ਭਿੱਜ ਜਾਂਦੇ ਹਨ, ਪਰਮਾਤਮਾ ਦੇ ਨਾਮ ਜਪ ਕੇ ਬਾਣੀ ਰੂਪ ਹੀ ਬਣ ਜਾਂਦੇ ਹਨ। ਸੋ ਮਹਿਲ ਮਹਿਲਾ ਅੰਤਰੇ। ਉਹਨਾਂ ਦਾ ਭਾਈ ਮਹਿਲੀ ਦੇ ਵਿੱਚ ਉਸ ਮਹੱਲ ਦਾ ਕੋਈ ਅੰਤਰ ਨਹੀਂ ਰਹਿ ਸਕਦਾ, ਅਥਵਾ ਉਹ ਮਹੱਲ ਦੇ ਅੰਤਰ ਤੱਕ ਬਾਹਰੋਂ ਹੀ ਨਹੀਂ। ਪਹਿਲਾਂ ਜਿਵੇਂ ਮੂੰਹ ਦੇ ਉੱਪਰੋਂ ਵਾਹਿਗੁਰੂ ਵਾਹਿਗੁਰੂ ਬੈਖਰੀ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਤੇ ਫਿਰ ਅੰਤਰ ਧਿਆਨ ਹੋ ਕੇ ਪ੍ਰਮਾਤਮਾ ਦੇ ਨਾਮ ਵਿੱਚ ਲਿਵਲੀਨ ਹੁੰਦੇ ਹਨ। ਆਪ ਕਰਤਾ ਕਰੇ ਸੋਈ। ਕਹਿੰਦੇ ਭਾਈ ਉਹ ਆਪ ਕਰਤਾ ਹੈ, ਅਕਾਲ ਪੁਰਖ ਵਾਹਿਗੁਰੂ। ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਤੇ ਉਸ ਨੂੰ ਕਰਤਾ ਪੁਰਖ ਕਹਿੰਦੇ ਆ, ਕਿ ਉਹ ਆਪ ਅਕਾਲ ਪੁਰਖ ਹੈ ਤੇ ਕਰਤਾ ਵੀ ਆਪ ਹੈ, ਤੇ ਉਹ ਆਪ ਹੀ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਹੈ। ਐਸੀ ਉਹਦੀ ਆਪ ਦੀ ਸ਼ਕਤੀ ਹੈ। ਪ੍ਰਭ ਆਪ ਅੰਤ ਨਿਰੰਤਰੇ। ਵਾਹਿਗੁਰੂ ਆਪ ਜਿਹੜਾ ਹੈ ਅੰਤ ਨਿਰੰਤਰੇ, ਉਹ ਆਪ ਨਹੀਂ ਇਹਨਾਂ ਵਿੱਚ ਪ੍ਰਵਿੱਤ ਹੁੰਦਾ, ਆਪ ਨਿਰਲੇਪ ਹੈ ਸਾਰੇ ਵਰਤਾਰੇ ਤੋਂ। ਗੁਰ ਸ਼ਬਦ ਮੇਲਾ ਤਾਂ ਸੁਹੇਲਾ। ਕਹਿੰਦੇ ਭਾਈ ਜਦੋਂ ਗੁਰੂ ਸ਼ਬਦ ਦੇ ਨਾਲ ਮੇਲ ਹੋ ਗਿਆ, ਅਭੇਦ ਹੋ ਗਈ, ਤੇ ਤਾਂ ਅਸੀਂ ਸਮਝਾਂਗੇ ਕਿ ਸਾਡਾ ਇਹ ਸਰੀਰ ਦਾ ਇੱਥੇ ਆਉਣਾ ਸਾਡਾ ਸਫਲਾ ਹੈ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ, ਤਾਂ ਸਾਡਾ ਆਇਆ ਹੋਇਆ ਸੁਹੇਲਾ ਹੈ, ਸਫਲਾ ਹੈ। ਬਾਜੰਤ ਅਨਹਦ ਬੀਣਾ। ਫਿਰ ਕਹਿੰਦੇ ਭਾਈ ਉਸ ਦਸਮ ਦਵਾਰ ਦੇ ਵਿੱਚ ਅਨਹਦ ਸ਼ਬਦ ਸੁਣਾਈ ਦਿੰਦੇ ਹਨ, ਜਿਨ੍ਹਾਂ ਨੇ ਏਡੀਆਂ ਵੱਡੀਆਂ ਕਮਾਈਆਂ ਕੀਤੀਆਂ ਹਨ। ਅਸੀਂ ਭਾਈ 10 ਮਿੰਟ ਬੈਠ ਕੇ ਅੱਖਾਂ ਮੀਟ ਕੇ ਫਿਰ ਸੋਚਦੇ ਆ ਵੀ ਸਾਡੇ ਸ਼ਬਦ ਵੀ ਮਨ ਵਿੱਚ ਵਾਜੇ ਵੱਜਦੇ ਆ, ਅਣਹਦ ਸ਼ਬਦ ਸੁਣਾਈ ਦਿੰਦੇ ਆ। ਇਹ ਭਾਈ ਵੱਡੀਆਂ ਕਮਾਈ ਦੀਆਂ ਗੱਲਾਂ ਹੈ, ਇਹ ਕਾਲ ਦੀਆਂ ਗੱਲਾਂ ਹੈ। ਜਦੋਂ ਉੱਥੇ ਤੱਕ ਨਹੀਂ ਪਹੁੰਚਿਆ ਜਾਂਦਾ ਅਸੀਂ ਸਮਝਦੇ ਸ਼ਾਇਦ ਝੂਠੀਆਂ। ਨਹੀਂ ਭਾਈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੇ ਭਾਈ ਸ਼ਬਦ ਨੂੰ ਸਮਝ ਕੇ ਉਹਦੇ ਵਿੱਚ ਪਤੀਜ ਜਾਂਦੇ ਨੇ, ਮੰਨ ਲੈਂਦੇ ਨੇ, ਭੇਦ ਹੋ ਜਾਂਦੇ ਨੇ, ਉਹਨਾਂ ਦੇ ਫਿਰ ਭਾਈ ਅਨੰਦ ਸ਼ਬਦ ਅੰਤਰ ਹਿਰਦੇ ਦੇ ਵਿੱਚ ਦਸਮ ਦਵਾਰ ਦੇ ਵਿੱਚ ਦਸਮ ਦਵਾਰ ਖੁੱਲ ਜਾਂਦੇ ਨੇ, ਤੇ ਉਹਨਾਂ ਨੂੰ ਚਨਕਾਰ ਪੈਂਦੇ ਨੇ ਪ੍ਰਕਾਸ਼ ਦੇ, ਤੇ ਅਨਹਦ ਸ਼ਬਦ ਵੱਜਦੇ ਨੇ। ਗੁਰ ਮਹਿਲੀ ਘਰ ਆਪਣਾ। ਹਜੂਰ ਫਰਮਾਉਂਦੇ ਹਨ ਗੁਰ ਮਹਿਲੀ ਘਰ ਆਪਣੇ। ਇਹ ਭਾਈ ਗੁਰੂ ਦਾ ਬਖਸ਼ਿਆ ਹੋਇਆ ਜੋ ਸਾਡਾ ਸਰੀਰ ਸਰੂਪ ਮਹੱਲ ਹੈ, ਤੇ ਇਹਦੇ ਵਿੱਚ ਆਪਣੇ ਪ੍ਰਭੂ ਦੀ ਜਦੋਂ ਪ੍ਰਾਪਤੀ ਹੋਈ, ਸੋ ਭਰਪੁਰ ਲੀਣਾ। ਕਹਿੰਦੇ ਇਹਦੇ ਤੋਂ ਬਿਨਾਂ ਸਾਰੇ ਹੀ ਊਣੇ ਆ, ਉਹਦੀ ਪ੍ਰਾਪਤੀ ਤੋਂ ਬਿਨਾਂ ਸਾਰੇ ਹੀ ਊਣੇ ਹਾਂ। ਤੇ ਉਹ ਭਰਪੁਰ ਲੀਨਾ ਕਹਿੰਦੇ ਉਹ ਲਵਾ ਲਵ ਭਰਪੂਰ ਦਿਸਦੇ ਹਨ,
ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਭੇਦ ਹੋ ਗਏ। ਕੀਤਾ ਕਿਆ ਸਲਾਹੀਐ। ਕਹਿੰਦੇ ਭਾਈ ਉਹ ਕਰਤੇ ਪੁਰਖ ਦੇ ਕੀਤੇ ਨੂੰ ਕਿਵੇਂ ਸਲਾਹਾਂਗੇ, ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਸਤਿਗੁਰੂ ਜੀ ਤੇਰੇ ਕੀਤੇ ਦੀ ਸਿਫਤ ਸਲਾਹ ਅਸੀਂ ਕਿਵੇਂ ਕਰ ਸਕਦੇ ਹਾਂ। ਕਰ ਵੇਖੈ ਸੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੇ ਕੀਤੇ ਨੂੰ ਵੇਖ ਕੇ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੀ ਆਪ ਵੇਖ ਕੇ ਆਪ ਹੀ ਉਸ ਦੀ ਸਿਫਤ ਸਲਾਹ ਕਰ ਸਕਦੇ ਹੋ। ਆਪ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸ਼ਕਤੀ ਹੈ। ਤਾਂ ਕੀ ਕੀਮਤ ਨਾ ਪਾਵੈ। ਕਹਿੰਦੇ ਭਾਈ ਉਸ ਦੀ ਕੀਮਤ ਕਦੇ ਵੀ ਨਹੀਂ ਪੈ ਸਕਦੀ। ਜੇ ਲੋਚੈ ਕੋਈ। ਜੇ ਕੋਈ ਲੋਚੇ ਉਸ ਨੂੰ ਸਮਝੇ, ਜੇ ਉਸ ਦੀ ਲੋਚਾ ਕਰੇ, ਇੱਛਾ ਕਰੇ ਕਿ ਮੈਂ ਉਸ ਦੇ ਕੀਤੇ ਹੋਏ ਦੀ ਕੀਮਤ ਪਾ ਦਿਆਂ, ਕਹਿੰਦੇ ਨਹੀਂ ਪੈ ਸਕਦੀ। ਇੱਕ ਇੱਕ ਅੰਗ ਦੀ ਕੀਮਤ ਨਹੀਂ ਪੈਂਦੀ, ਇੱਕ ਇੱਕ ਅੰਗ ਦੀ। ਸਾਧ ਸੰਗਤ ਸਾਰੇ ਪਸਾਰੇ ਦੀ ਕੀਮਤ ਕਿੱਥੋਂ ਪਾ ਦਾਂਗੇ, ਨਹੀਂ ਕੀਮਤ ਪਾਈ ਜਾ ਸਕਦੀ ਉਸ ਦੀ, ਜੇ ਕੋਈ ਚਾਹਵੇ ਵੀ ਤਾਂ। ਕੀਮਤ ਸੋ ਪਾਵੈ ਆਪ ਜਾਣ ਆਵੈ। ਕਹਿੰਦੇ ਭਾਈ ਕੀਮਤ ਉਹ ਪਾ ਸਕਦਾ ਜਿਹੜਾ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਇਹ ਜਨਾ ਦੇਵੇ। ਆਪ ਅਭੁੱਲ ਨਾ ਭੁੱਲੇ। ਕਹਿੰਦੇ ਭਾਈ ਕੀ ਜਨਾ ਦੇਵੇ। ਕਹਿੰਦੇ ਆਪ ਭੁੱਲ ਨਾ ਭੁੱਲੇ, ਕਿਉਂਕਿ ਜੇ ਗਿਣਤੀ ਕਰਨ ਵੇਲੇ ਵੀ ਕੋਈ ਭੁੱਲ ਜਾਊ, ਮਿਣਤੀ ਕਰਨ ਵੇਲੇ ਕੋਈ ਭੁੱਲ ਜਾਊ, ਪਰ ਆਪ ਭੁੱਲ ਨਾ ਭੁੱਲੇ। ਕੀਮਤ ਸੋ ਪਾਵੇ ਆਪ ਜਨਾਬ। ਕਹਿੰਦੇ ਉਹ ਕੀਮਤ ਪਾ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਇਹ ਜਾਣ ਲਵੇ ਕਿ ਉਹ ਭੁੱਲ ਆਪ ਹੈ। ਭੁੱਲਣ ਅੰਦਰ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ। ਉਹ ਆਪ ਨਹੀਂ ਭੁੱਲਦਾ। ਜਿਹੜਾ ਇਹ ਸਮਝ ਲਵੇ, ਸਮਝੋ ਸੱਚੇ ਪਾਤਸ਼ਾਹ ਦੇ ਵਿੱਚ ਅਭੇਦ ਹੋ ਕੇ ਉਹਨੇ ਇਸ ਦੀ ਕੀਮਤ ਨੂੰ ਸਮਝ ਲਿਆ। ਜੈ ਜੈਕਾਰ ਕਰੇ ਤੁਧ ਭਾਵਹਿ। ਜਿਹੜਾ ਭਾਈ ਵਾਹਿਗੁਰੂ ਦੀ ਜੈ ਜੈਕਾਰ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਹ ਉਸ ਨੂੰ ਭਾਉਂਦਾ ਹੈ। ਗੁਰ ਕੈ ਸ਼ਬਦ ਅਮੁੱਲ ਏ। ਕਿਉਂਕਿ ਗੁਰੂ ਦਾ ਸ਼ਬਦ ਅਮੁੱਲ ਹੈ। ਅਮੁੱਲ ਹੋਣ ਕਰਕੇ ਫਿਰ ਅਮੁੱਲ ਗੁਣ, ਅਮੁੱਲ ਵਪਾਰ। ਕਹਿੰਦੇ ਭਾਈ ਉਸ ਅਮੁੱਲ ਨੂੰ ਜਪ ਕੇ ਆਪ ਵੀ ਉਹ ਮੁੱਲ ਤੋਂ ਰਹਿਤ ਹੋ ਜਾਂਦਾ। ਉਸ ਦੀ ਜੈ ਜੈਕਾਰ ਆਪ ਪਰਮਾਤਮਾ ਕਰਾ ਦਿੰਦਾ ਹੈ। ਹੀਣੋ ਨੀਚ ਕਰੋ ਬੇਨੰਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਵਾਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਸਮਝੋ ਕਿ ਮੈਂ ਪ੍ਰਾਪਤੀ ਨਹੀਂ ਕਰ ਸਕਦਾ, ਮੇਰੇ ਵਿੱਚ ਇਹ ਹੀਨ ਭਾਵਨਾ ਹੈ, ਮੈਂ ਬਾਣੀ ਨਹੀਂ ਪੜ ਸਕਦਾ, ਨਾਮ ਨਹੀਂ ਜਪ ਸਕਦਾ। ਕਹਿੰਦੇ ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਫਿਰ ਵੀ ਬੇਨਤੀ ਜੋਦੜੀ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਭਗਤ ਜੀ ਬਾਣੀ ਵਿੱਚ ਫਰਮਾਉਂਦੇ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬ ਹੈ ਕਿ ਸੁਣੈ ਪੁਕਾਰ। ਹੀਣੋ ਨੀਚ ਕਰੋ ਬੇਨੰਤੀ। ਕਹਿੰਦੇ ਭਾਈ ਜਿੰਨੀ ਮਰਜ਼ੀ ਹੀਨ ਭਾਵਨਾ ਹੋਵੇ, ਪਰ ਜੇ ਗੁਰੂ ਕਾ ਸਿੱਖ ਹੈ, ਸਿੱਖੀ ਨੂੰ ਧਾਰਨ ਕਰਦਾ ਹੈ, ਤੇ ਫਿਰ ਗੁਰੂ ਕੇ ਸਿੱਖਾ ਹੱਥ ਜੋੜ ਕੇ ਬੇਨਤੀ ਕਰ ਪਰਮਾਤਮਾ ਦੇ ਚਰਨਾਂ ਵਿੱਚ। ਸਾਚ ਨਾ ਛੋਡੋ ਭਾਈ। ਕਦੇ ਵਾਸਤੇ ਕਹਿੰਦੇ ਭਾਈ ਉਹ ਸੱਚੇ ਦਾ ਪੱਲਾ ਨਾ ਛੱਡੋ, ਉਹ ਸੱਚੇ ਦੇ ਲੜ ਲੱਗੇ ਰਹੋ। ਨਾਨਕ ਜਿਨ ਕਰ ਦੇਖਿਆ। ਹਜੂਰ ਫਰਮਾਉਂਦੇ ਹਨ ਜਿਨ੍ਹਾਂ ਨੇ ਕਿ ਭਾਈ ਸਾਰਾ ਕੌਤਕ ਕਰਕੇ ਦੇਖਿਆ, ਜਿਨ੍ਹਾਂ ਨੇ ਉਪਦੇਸ਼ ਕਮਾ ਕੇ ਦੇਖਿਆ, ਜਿਨ੍ਹਾਂ ਨੇ ਨਾਮ ਜਪ ਕੇ ਦੇਖਿਆ, ਭਉ ਭਗਤੀ ਕਰਕੇ ਦੇਖੀ ਹੈ, ਕਹਿੰਦੇ ਉਹਨਾਂ ਦੀ ਵਾਰਤਾ ਤੁਹਾਨੂੰ ਦੱਸੀ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੇ ਭਾਣੇ ਵਿੱਚ ਰਹਿ ਕੇ ਇਹ ਵੇਖਿਆ ਹੈ। ਦੇਵੈ ਮਤ ਸਾਈ। ਕਹਿੰਦੇ ਭਾਈ ਉਹੋ ਹੀ ਅੱਗੇ ਉਸ ਪ੍ਰਮਾਤਮਾ ਦੀ ਮੱਤ ਨੂੰ ਸਾਰਿਆਂ ਨੂੰ ਦੇ ਸਕਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਡਾ ਕਿਸੇ ਨਾਲ ਵਿਤਕਰਾ ਨਹੀਂ, ਅਸੀਂ ਭਾਈ ਸਾਰਿਆਂ ਨੂੰ ਇਹੀ ਮੱਤ ਦੇਣਾ ਚਾਹੁੰਦੇ ਹਾਂ। ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਜਪਿਆ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ, ਦਰਗਹਿ ਸੱਚ ਕਰੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਪਰਮਾਤਮਾ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ। ਗੁਰਸਿੱਖੀ ਧਾਰਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਨਾਨਕ ਜਿਨ ਕਰ ਦੇਖਿਆ, ਦੇਵੈ ਮਤ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।